जो MLA ਸਾਹਿਬਾਨ ਇੱਥੇ ਕਰ ਰਹੇ ਨੇ ਪੂਰੀ CID ਉਹਨਾਂ ਦੀ ਉੱਪਰ ਹੈ। ਤੁਸੀਂ ਕਹਿ ਰਹੇ ਹੋ ਪੈਰਾਸ਼ੂਟ ਕੈਂਡੀਡੇਟ, ਹਲਕਾ MLA ਗੁਰਪ੍ਰੀਤ ਗੋਗੀ ਕਹਿੰਦੇ ਨੇ ਕਿ ਜਿਹੜਾ ਵਰਕਰ ਕੰਮ ਕਰੇਗਾ ਉਹਨੂੰ ਹੀ ਟਿਕਟ ਦੇਵਾਂਗੇ। ਕਿ ਮਾਨਯੋਗ ਜਿਹੜੇ ਸਾਡੇ ਪੈਰਾਸ਼ੂਟ ਨਾਲ ਉਮੀਦਵਾਰ ਉੱਥੇ ਆਏ ਸੀ ਨਾ, ਕਿਉਂਕਿ ਉਹ ਤਾਂ ਕੌਨਫੀਡੈਂਟ ਸੀ ਕਿ ਸਾਡੇ MLA ਸਾਹਿਬ ਨੇ ਸਾਨੂੰ ਆਸ਼ੀਰਵਾਦ ਦੇ ਦਿੱਤਾ ਤੇ ਸਾਡੀਆਂ ਟਿਕਟਾਂ ਪੱਕੀਆਂ। MLA ਸਾਹਿਬ ਰਾਜੀਵ ਗੁਗਲਾਨੀ ਨੂੰ ਸ਼ਾਇਦ ਤੁਸੀਂ ਭੁੱਲ ਗਏ ਹੋਵੋਗੇ, ਮੈਂ ਉਹੀ ਰਾਜੀਵ ਗੁਗਲਾਨੀ ਹੈ। ਜੇ ਮੈਂ ਕੰਮ ਨਾ ਕੀਤਾ ਹੁੰਦਾ ਤੇ ਤੁਸੀਂ ਸ਼ਾਇਦ ਵਿਧਾਨ ਸਭਾ ਦੀ ਪੌੜੀਆਂ ਨਾ ਚੜ੍ਹਦੇ। ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲੇ ਨੇ ਤੁਹਾਨੂੰ ਜਿਤਾਇਆ, ਮੈਂ ਇਕੱਲੇ ਨੇ ਨਹੀਂ ਜਿਤਾਇਆ, ਪਰ ਮੇਰਾ ਉਹਦੇ ਵਿੱਚ ਯੋਗਦਾਨ, ਮੇਰਾ ਜਿਹੜਾ ਸ਼ੇਅਰ ਹੈ ਉਹ ਤੁਸੀਂ ਜਿੰਨਾ ਮਰਜ਼ੀ ਉਹਨੂੰ ਰਿਜੈਕਟ ਕਰ ਦਿਓ, ਨੈਗਲੈਕਟ ਕਰ ਦਿਓ। ਹੁਣ ਮੈਂ ਜਿੰਨੇ ਵੀ ਸਾਡੇ ਪੈਰਾਸ਼ੂਟ ਵਾਲੇ ਕੈਂਡੀਡੇਟ ਵਾਰਡ ਨੰਬਰ 81 ਜਿਹੜਾ ਕਿ ਉਹਨੂੰ 65 ਹੋ ਗਿਆ, ਉਹਨਾਂ ਨੂੰ ਓਪਨ ਚੈਲੰਜ ਹੈ ਮੇਰਾ ਔਨ ਸਕਰੀਨ, ਰਾਜੀਵ ਗੁਗਲਾਨੀ ਨਾਲ ਇੱਕ ਮੁਕਾਬਲਾ ਇਲੈਕਸ਼ਨਾਂ ਤੋਂ ਪਹਿਲਾਂ ਕਰ ਦਿਓ। ਤੇ ਜੇ ਤਾਂ ਤੁਸੀਂ ਰਾਜੀਵ ਗੁਗਲਾਨੀ ਨੂੰ ਹਰਾਤਾ ਤੇ ਮੇਰਾ ਓਪਨ ਚੈਲੰਜ ਹੈ, ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲਾਂਗਾ। ਪਰ ਜੇ ਮੈਨੂੰ ਕੋਈ ਹਰਾ ਨਾ ਪਾਇਆ, ਮੇਰੇ ਕੰਮ ਦੇ ਮੁਕਾਬਲਾ ਨਾ ਕਰ ਪਾਇਆ, ਉਹ ਤਰਾਜੂ ਦੇ ਵਿੱਚ ਤੋਲ ਲਿਓ, ਤਾਂ ਫਿਰ ਟਿਕਟ ਦਾ ਦਾਅਵੇਦਾਰ ਤੇ ਟਿਕਟ ਦਾ ਹੱਕਦਾਰ ਮੈਂ ਹੀ ਹੋਵਾਂਗਾ। ਕਹਿ ਰਹੇ ਹੋ ਕਿ ਪਾਰਟੀ ਜਿਹੜੀ ਹੈ ਵਲੰਟੀਅਰਾਂ ਕੋਲੋਂ ਫੀਡਬੈਕ ਲੈ ਰਹੀ ਆ, ਆਮ ਵਰਕਰਾਂ ਦੀ ਪੁੱਛ ਪੜਤਾਲ ਕਰ ਰਹੀ ਆ, ਪਰ MLA ਪੈਰਾਸ਼ੂਟ ਕੈਂਡੀਡੇਟ ਲੈ ਕੇ ਆ ਰਹੇ। ਕਾਰਨ ਕੀ ਹੈ ਕਿ MLA ਇਸ ਤਰ੍ਹਾਂ ਦਾ ਕਿਉਂ ਕਰ ਰਹੇ ਨੇ? ਦੇਖੋ ਜੀ, MLA ਸਾਹਿਬ ਦੇ ਵਿੱਚ ਨਾ ਕਿਤੇ ਅਜੇ ਕਾਂਗਰਸ ਵਾਲਾ DNA ਉਹ ਖਤਮ ਨਹੀਂ ਹੋਇਆ। ਮੈਨੂੰ ਇਸ ਗੱਲ ਕਹਿਣ ਦੇ ਵਿੱਚ ਕੋਈ ਵੀ ਗੁਰੇਜ਼ ਨਹੀਂ ਹੈ, ਪਰ MLA ਸਾਹਿਬ ਸਾਡਾ ਜਿਹੜਾ ਉਹ ਕਾਂਗਰਸੀਕਰਨ ਕਰਨਾ ਚਾਹ ਰਹੇ ਨੇ, ਜਿਹੜਾ ਉਹਨਾਂ ਦੇ ਅੰਦਰ ਹਜੇ ਕਾਂਗਰਸ ਵਾਲਾ DNA ਗਿਆ ਨਹੀਂ ਹੈ। ਇਹ ਉਹੀ ਹੈ, ਹੁਣ ਪਾਰਟੀ ਹਾਈਕਮਾਂਡ ਨੇ ਦੇਖਣਾ ਕਿ ਪਾਰਟੀ ਨੇ ਆਪਣਾ ਜਿਹੜੀ ਆਈਡੀਓਲੋਜੀ ਹੈ ਉਹ ਚਲਾਣੀ ਹੈ ਕਿ MLA ਦੀ ਆਈਡੀਓਲੋਜੀ ਨਾਲ ਚੱਲਣਾ ਹੈ। ਸੋ ਸਾਰਾ ਕੁਝ ਕਾਂਗਰਸੀਕਰਨ ਪਾਰਟੀ ਨਹੀਂ ਹੋਣ ਦੇ ਰਹੀ, MLA ਸਾਹਿਬ ਤਾਂ ਬੜੀ ਕੋਸ਼ਿਸ਼ ਕਰ ਰਹੇ। ਕਾਂਗਰਸ ਦੇ ਵੱਡੇ ਨੇਤਾਵਾਂ ਦੇ ਨਾਲ, ਚਾਹੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਹੋਣ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਣ, ਉਹਨਾਂ ਦੇ ਨਾਲ ਤਿੱਖੀ ਬਿਆਨਬਾਜ਼ੀ ਜਿਹੜੀ ਹੈ MLA ਗੁਰਪ੍ਰੀਤ ਗੋਗੀ ਦੀ ਚਲਦੀ ਹੋਈ ਨਜ਼ਰ ਆ ਰਹੀ ਹੈ। ਸਾਡੇ ਨਾ MLA ਸਾਹਿਬ ਬਹੁਤ ਵੱਡੇ ਐਕਟਰ ਨੇ, ਕੈਮਰੇ ਦੇ ਅੱਗੇ ਬੜੀ ਵਧੀਆ ਐਕਟਿੰਗ ਕਰ ਲੈਂਦੇ। ਉਹ ਐਕਟਿੰਗ ਹੈ, ਤੁਸੀਂ ਕੀ ਸੋਚਦੇ ਹੋ ਕੋਈ ਸੱਚ ਹੈ? ਇਹ ਸਿਰਫ ਤੇ ਸਿਰਫ ਡਰਾਮੇਬਾਜ਼ੀ ਹੈ। ਉਹ ਫਰੈਂਡਲੀ ਮੈਚ ਹੈ। ਇਹ ਬਾਅਦ ਦੇ ਵਿੱਚ ਆਪਸ 'ਚ ਫੋਨ 'ਚ ਫਿਰ ਗੱਲਾਂ ਵੀ ਕਰਦੇ ਆ, ਦੇਖਿਆ ਮੈਂ ਤੇਰੇ ਵਾਸਤੇ ਇਹ ਕਿਹਾ, ਤੂੰ ਮੇਰੇ ਵਾਸਤੇ ਆਹ ਕਿਹਾ। ਤੋਂ ਸਿਰਫ ਤੇ ਸਿਰਫ ਪਬਲਿਕ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਤੇ ਤੁਹਾਡੇ ਵਰਗੇ ਪੱਤਰਕਾਰਾਂ ਦਾ ਟਾਈਮ ਖਰਾਬ ਕੀਤਾ ਜਾ ਰਿਹਾ ਹੈ। ਰਹਿ ਗਈ ਜਿਹੜੀ ਤਿੱਖੀ ਬਿਆਨਬਾਜ਼ੀ, ਉਹ ਸਿਰਫ ਤਿੱਖੀ ਬਿਆਨਬਾਜ਼ੀ ਕੈਮਰੇ ਤੇ ਚੱਲਦੀ ਹੈ। ਸ਼ਾਮ ਨੂੰ ਬਾਅਦ ਦੇ ਵਿੱਚ ਸ਼ਾਇਦ ਇਕੱਠੇ ਵੀ ਹੁੰਦੇ ਆ। ਕੀ ਲੱਗਦਾ ਕਿ 4.5 ਸਾਲ ਬਾਅਦ MLA ਗੁਰਪ੍ਰੀਤ ਗੋਗੀ ਇੱਕ ਵਾਰ ਫਿਰ ਕਾਂਗਰਸ ਦੇ ਵਿੱਚ ਸ਼ਾਮਲ ਹੋਣਗੇ? ਤੁਸੀਂ ਬਿੱਟੂ ਜੀ ਦਾ ਵੀ ਬੜੀ ਵਾਰੀ ਬਿਆਨ ਸੁਣਿਆ ਹੋਣਾ, ਉਹਨਾਂ ਨੇ ਕਿਹਾ ਸੀ ਅਸੀਂ ਜਦੋਂ ਮਰਜ਼ੀ ਇਹਨਾਂ ਨੂੰ ਹੱਥ ਫੜ ਕੇ ਵਾਪਸ ਲੈ ਆਵਾਂਗੇ। ਪਾਰਟੀ ਚੇਂਜ ਕਰਨ ਲਈ ਕਿਹੜਾ ਕੋਈ ਆਈਲੈਟਸ ਦਾ ਟੈਸਟ ਦੇਣਾ ਪੈਂਦਾ ਜਾਂ ਕੋਈ ਪੇਪਰ ਦੇਣਾ ਪੈਂਦਾ। ਮੈਂ MLA ਸਾਹਿਬ ਨੂੰ ਇੱਕੋ ਹੀ ਓਪਨ ਇੱਕ ਬੇਨਤੀ ਕਰਾਂਗਾ, ਤੁਸੀਂ 1 to 1 ਮੇਰੇ ਨਾਲ ਕਰੋ, ਅੱਖ ਚੱਕ ਪਾ ਕੇ ਗੱਲ ਕਰੋ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਾਰਡਬੰਦੀ ਦੀ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਨਗਰ ਨਿਗਮ ਚੋਣਾਂ ਦਾ ਬਿਗੁਲ ਕਿਸੇ ਵੀ ਵਕਤ ਵੱਜ ਸਕਦਾ ਵਾ ਤੇ ਆਮ ਆਦਮੀ ਪਾਰਟੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਵਲੰਟੀਅਰ ਉੱਥੇ ਹੀ ਆਮ ਵਰਕਰਾਂ ਦਾ ਵੀ ਜਿਹੜਾ ਵਾ ਫੀਡਬੈਕ ਲੈਂਦੀ ਹੋਈ ਨਜ਼ਰ ਆ ਰਹੀ ਹੈ। ਤੇ ਇੱਕ ਮੀਟਿੰਗ ਲੁਧਿਆਣਾ ਦੇ ਵਿੱਚ ਕੱਲ ਪਾਰਟੀ ਵੱਲੋਂ ਸੱਦੀ ਗਈ ਸੀ, ਜਿਸ ਦੇ ਵਿੱਚ ਵਲੰਟੀਅਰਾਂ ਨੂੰ ਬੁਲਾ ਕੇ ਉਹਦੇ ਵਿੱਚ ਵੱਖ-ਵੱਖ ਵਾਰਡਾਂ ਦਾ ਫੀਡਬੈਕ ਲਿੱਤਾ ਗਿਆ ਤੇ ਕੀ ਫੀਡਬੈਕ ਲਿੱਤਾ ਗਿਆ ਤੇ ਉਸ ਦੇ ਵਿੱਚ ਕੀ ਵਿਚਾਰ ਚਰਚਾ ਹੋਈ। ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਰਾਜੀਵ ਗੁਗਲਾਨੀ ਜੀ। ਕੱਲ ਇੱਕ ਪਾਰਟੀ ਵੱਲੋਂ ਮੀਟਿੰਗ ਬੁਲਾਈ ਗਈ, ਤੁਸੀਂ ਉਹਦੇ ਵਿੱਚ ਗਏ ਸੀਗੇ, ਕਿਸ ਤਰ੍ਹਾਂ ਦਾ ਫੀਡਬੈਕ ਉਸ ਦੇ ਵਿੱਚ ਪਾਰਟੀ ਵੱਲੋਂ ਲਿੱਤਾ ਗਿਆ ਤੇ ਤੁਸੀਂ ਪਾਰਟੀ ਦੀ ਕਾਰਗੁਜ਼ਾਰੀ, MLA ਦੀ ਕਾਰਗੁਜ਼ਾਰੀ ਨੂੰ ਲੈ ਕੇ ਕੀ ਫੀਡਬੈਕ ਦਿੱਤਾ? ਪਹਿਲਾਂ ਤਾਂ ਧੰਨਵਾਦ ਜੀ, ਨਮਸਕਾਰ ਤੁਹਾਡਾ ਕਿ ਤੁਸੀਂ ਮੈਨੂੰ ਕਵਰ ਕਰਨ ਵਾਸਤੇ ਇੱਥੇ ਆਏ ਹੋ, ਔਰ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਹਾਡਾ ਕੱਲ੍ਹ ਦੀ ਮੀਟਿੰਗ ਦੇ ਵਿੱਚ ਸਰਕਟ ਹਾਊਸ ਜਿਹੜੀ ਹੋਈ ਸੀ ਜੀ, ਉਹ ਵਲੰਟੀਅਰਾਂ ਨੂੰ ਸੁਣਨ ਵਾਸਤੇ ਬੁਲਾਈ ਗਈ ਸੀ। ਬਹੁਤ ਹੀ ਵਧੀਆ ਸਾਡੀ ਪਾਰਟੀ ਨੇ ਉਪਰਾਲਾ ਕੀਤਾ, ਹਾਈ ਕਮਾਂਡ ਨੇ ਸੋਚਿਆ, ਪਰ ਥੋੜ੍ਹੀ ਜਿਹੀ ਕਿਤੇ ਨਾ ਉੱਥੇ ਓਵਰ ਕਰਾਊਡਡ ਹੋ ਗਿਆ ਤੇ ਜਿਹਦੇ ਕਰਕੇ ਕਿ ਅਸਲੀ ਵਲੰਟੀਅਰ ਜਿਹੜਾ ਸੀ ਉਹ ਆਪਣੀ ਪ੍ਰੈਜੈਂਟੇਸ਼ਨ ਰੱਖ ਨਹੀਂ ਸਕਿਆ। ਸਾਡੇ ਮਾਨਯੋਗ ਦੀਪਕ ਬੰਸਲ ਜੀ ਜਿਹੜੇ ਸਾਡੇ ਨਵੇਂ ਲੋਕ ਸਭਾ ਇੰਚਾਰਜ ਲੱਗੇ ਨੇ, ਜ਼ਿਲ੍ਹਾ ਪ੍ਰਧਾਨ ਜੀ ਤਾਂ ਸਾਡੇ ਕੌਂਸਟੀਚੁਐਂਸੀ ਦੇ ਇੰਚਾਰਜ, ਉਹ ਹਜੂਮ ਥੋੜ੍ਹਾ ਜਿਹਾ ਜ਼ਿਆਦਾ ਵੱਧ ਗਿਆ ਸੀ ਔਰ ਉਹਦੇ ਤੱਕ ਉਹ ਪ੍ਰੈਜੈਂਟੇਸ਼ਨ ਪਹੁੰਚ ਨਹੀਂ ਪਾਈ। ਸਿਰਫ ਉਹਨਾਂ ਨੇ ਇੱਕ ਨੰਬਰ, ਇੱਕ ਡਾਟਾ ਇਕੱਠਾ ਕਰ ਰਹੇ ਸੀ ਵੀ ਕਿੰਨੇ ਕੁ ਵਲੰਟੀਅਰ ਸਾਡੇ ਨਾਲ ਹੈਗੇ ਨੇ ਤੇ ਜਾਂ ਜਿਹੜੇ ਇੱਛੁਕ ਨੇ, ਪਰ ਪਾਰਟੀ
ਉੱਥੇ ਓਵਰ ਕਰਾਊਡਡ ਹੋਣ ਕਰਕੇ ਮੈਂ ਪਾਰਟੀ ਨੂੰ ਇੱਕ ਉੱਥੇ ਫਾਰਮੂਲਾ ਇੱਕ ਰਿਕੁਐਸਟ ਕੀਤੀ ਸੀ ਕਿ ਸਰ ਇਹ ਇੰਨਾ ਓਵਰ ਕਰਾਊਡਡ ਕਿੱਥੋਂ ਹੋ ਗਿਆ ਜਾਂ ਇੰਨੇ ਬੰਦੇ ਕਿੱਥੋਂ ਆਪਾਂ ਆ ਗਏ ਆ, ਕਿਉਂਕਿ ਇਲੈਕਸ਼ਨਾਂ ਵੇਲੇ ਤਾਂ ਇੰਨੇ ਬੰਦੇ ਨਹੀਂ ਸੀਗੇ, ਉਦੋਂ ਤਾਂ ਕੋਈ ਬੂਥਾਂ ਤੇ ਬੈਠਣ ਵਾਸਤੇ ਬੰਦਾ ਨਹੀਂ ਲੱਭਦਾ ਸੀ। ਪਰ ਇੰਨਾ ਰਸ਼ ਹੋਣ ਦੇ ਕਰਕੇ ਮੈਂ ਉਹਨਾਂ ਨੂੰ ਇੱਕੋ ਹੀ ਫਾਰਮੂਲਾ ਦਿੱਤਾ ਸੀ ਕਿ ਸਰ ਜਿੰਨੇ ਵੀ ਬੰਦੇ ਆਏ ਨੇ ਇਹਨਾਂ ਨੂੰ ਇੱਕ ਗੇੜਾ ਹੋਰ ਲਵਾ ਕੇ ਇਹਨਾਂ ਨੂੰ ਇਹ ਕਿਹਾ ਜਾਵੇ ਕਿ ਇਹਨਾਂ ਨੇ ਜੋ ਵੀ ਵਿਧਾਨ ਸਭਾ ਦੇ ਵਿੱਚ ਕੰਮ ਕੀਤਾ 2022 ਦੇ ਵਿੱਚ ਉਹ ਆਪਣਾ ਆਪਣਾ ਬਸਤਾ ਲੈ ਕੇ ਆਉਣ। ਤਾਂ ਇੰਨਾ ਰਸ਼ ਦੇਖ ਕੇ ਤਾਂ ਮੈਂ ਤਾਂ ਉੱਥੇ ਘਬਰਾ ਗਿਆ ਕਿ ਇੰਨੇ ਬੰਦੇ ਕਿੱਥੋਂ ਆ ਗਏ, ਪਰ ਉਹਨਾਂ ਨੇ ਮੇਰੀ ਇਹ ਗੱਲ ਨੂੰ ਸਮਝਿਆ ਔਰ ਉਸ ਨੂੰ ਐਪਰੀਸ਼ੀਏਟ ਵੀ ਕੀਤਾ ਔਰ ਉਹਨਾਂ ਨੇ ਵੀ ਇਹ ਦੇਖ ਕੇ ਹੈਰਾਨਗੀ ਹੋਈ ਕਿ ਇੰਨੇ ਬੰਦੇ ਉੱਥੇ ਤਾਂ ਐਂ ਸੀ ਕਿ ਜਿਵੇਂ ਕੋਈ ਲੰਗਰ ਲੱਗਿਆ ਹੁੰਦਾ ਕਿ ਸਾਰਿਆਂ ਨੂੰ ਟਿਕਟਾਂ ਅੱਜ ਹੀ ਉਹਨਾਂ ਨੇ ਦੇ ਦੇਣੀਆਂ। ਸੋ ਪਾਰਟੀ ਦਾ ਬੜਾ ਵਧੀਆ ਪ੍ਰੋਟੋਕਾਲ ਸੀ। ਪਰ ਜਿੱਥੇ ਦੂਜੇ ਪਾਸੇ ਮੈਂ ਉੱਥੇ ਇੱਕ ਗੱਲ ਹੋਰ ਨੋਟਿਸ ਕੀਤੀ ਕਿ ਮਾਨਯੋਗ ਜਿਹੜੇ ਸਾਡੇ ਪੈਰਾਸ਼ੂਟ ਨਾਲ ਉਮੀਦਵਾਰ ਉੱਥੇ ਆਏ ਸੀ ਨਾ, ਉਹਨਾਂ ਨੂੰ ਤਰੇਲੀਆਂ ਆ ਰਹੀਆਂ ਸੀ, ਉਹਨਾਂ ਦੇ ਚਿਹਰੇ ਦੇ ਵਿੱਚ ਹਵਾਈਆਂ ਉੜੀਆਂ ਹੋਈਆਂ ਸੀ। ਹੁਣ ਤੁਸੀਂ ਪੁੱਛੋਗੇ ਵੀ ਕਿਉਂ? ਕਿਉਂਕਿ ਉਹਨਾਂ ਨੇ ਇਹ ਸਿਸਟਮ ਸੋਚਿਆ ਹੀ ਨਹੀਂ ਸੀ ਕਿ ਪਾਰਟੀ ਇਹ ਸਿਸਟਮ ਉਤਾਰ ਦੇਗੀ, ਕਿਉਂਕਿ ਉਹ ਤਾਂ ਕੌਨਫੀਡੈਂਟ ਸੀ ਕਿ ਸਾਡੇ ਐਮਐਲਏ ਸਾਹਿਬ ਨੇ ਸਾਨੂੰ ਆਸ਼ੀਰਵਾਦ ਦੇ ਦਿੱਤਾ ਤੇ ਸਾਡੀਆਂ ਟਿਕਟਾਂ ਪੱਕੀਆਂ। ਪਰ ਉਹ ਸਿਸਟਮ ਇੱਥੇ ਨਹੀਂ ਚੱਲਣਾ, ਇਹ ਰਵਾਇਤੀ ਪਾਰਟੀਆਂ 'ਚ ਚੱਲਦਾ ਸੀ, ਇੱਥੇ ਸਿਸਟਮ ਥੋੜ੍ਹਾ ਡਿਫਰੈਂਟ ਹੈ। ਤਾਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਪੈਰਾਸ਼ੂਟ ਉਮੀਦਵਾਰ ਨੇ ਜਿਨ੍ਹਾਂ ਨੂੰ ਐਮਐਲਏ ਵੱਲੋਂ ਪਾਰਟੀਆਂ ਸ਼ਾਮਿਲ ਕਰਾ ਕੇ ਜਿਨ੍ਹਾਂ ਨੂੰ ਹਲਕੇ ਜਾਂ ਵਾਰਡਾਂ ਦਾ ਜਿਹੜਾ ਵਾ ਜ਼ਿੰਮੇਵਾਰੀ ਵੀ ਸੌਂਪੀ ਗਈ ਆ, ਉਹਨਾਂ ਨੂੰ ਟਿਕਟ ਪਾਰਟੀ ਦੇ ਵੱਲੋਂ ਇੰਨੀ ਛੇਤੀ ਮਿਲਦੀ ਹੋਈ ਨਜ਼ਰ ਨਹੀਂ ਆਉਂਦੀ। ਇਹ ਬਿਲਕੁਲ ਪ੍ਰੈਕਟੀਕਲ ਗੱਲ ਹੈ ਜੀ। ਮੈਂ ਮਾਨਯੋਗ ਸਾਡੇ ਚੰਡੀਗੜ੍ਹ ਜਿੰਨੀ ਵੀ ਹਾਈ ਕਮਾਂਡ ਸੀ ਉਹਨਾਂ ਕੋਲ ਆਪਣੀ ਗੱਲ ਰੱਖੀ ਔਰ ਸਾਰੇ ਹੀ ਵਲੰਟੀਅਰਾਂ ਦੀ ਗੱਲ ਬਣ ਕੇ ਆਵਾਜ਼ ਬਣ ਕੇ ਮੈਂ ਉਹਨਾਂ ਕੋਲ ਗਿਆ। ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਕਿ ਅਸੀਂ ਐਮਐਲਏ ਦੇ ਕਹਿਣ 'ਤੇ ਬਿਲਕੁਲ ਵੀ ਟਿਕਟਾਂ ਨਹੀਂ ਦੇਣੀਆਂ। ਜੋ ਐਮਐਲਏ ਸਾਹਿਬਾਨ ਇੱਥੇ ਕਰ ਰਹੇ ਨੇ ਪੂਰੀ ਸੀਆਈਡੀ ਉਹਨਾਂ ਦੀ ਉੱਪਰ ਹੈ। ਜਦੋਂ ਲੁਧਿਆਣੇ ਸਰਕਟ ਹਾਊਸ ਦੇ ਵਿੱਚ ਸਾਡੇ ਵਾਰਡ ਪ੍ਰਧਾਨਾਂ ਤੇ ਬਲਾਕ ਪ੍ਰਧਾਨਾਂ ਨੂੰ ਸੁਣਿਆ ਗਿਆ, ਦਿੱਲੀੋਂ ਟੀਮ ਆਈ, ਮਾਨਯੋਗ ਸੀਐਮ ਸਾਹਿਬ ਲੁਧਿਆਣੇ ਆਏ ਤੇ 2 ਦਿਨ ਉਹ ਐਮਐਲਏ ਸਾਹਿਬਾਨਾਂ ਨੂੰ ਨਹੀਂ ਮਿਲੇ ਜਦੋਂ ਕਿ ਉਹ ਹਯਾਤ ਏਜੰਸੀ ਦੇ ਵਿੱਚ। ਇਹ ਸਾਰਾ ਫੀਡਬੈਕ ਸਾਡਾ ਇੱਥੋਂ ਉੱਥੇ ਗਿਆ ਸੀ। ਮੈਂ ਉਹ ਸਿੰਗਲ ਸ਼ਖਸ ਸੀ ਜਿਹੜਾ ਬਾਈ ਫੇਸ ਟੂ ਫੇਸ ਆਪਣੀ ਹਾਈ ਕਮਾਂਡ ਨੂੰ ਸਾਰੀ ਗੱਲਾਂ ਦੱਸੀਆਂ। ਤਾਂ ਉਹਨਾਂ ਨੇ ਮੇਰੀ ਗੱਲ ਨੂੰ ਪੂਰਾ ਸੁਣਿਆ। ਬੰਦ ਕਮਰੇ 'ਚ ਮੀਟਿੰਗ ਹੋਈ ਔਰ ਉਸ ਦਾ ਹੀ ਰਿਜ਼ਲਟ ਸੀ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ 2 ਦਿਨਾਂ ਬਾਅਦ ਜਾਂ ਇਨ ਫਿਊਚਰ ਅਸੀਂ ਲੁਧਿਆਣੇ ਆਵਾਂਗੇ। ਪਰ ਉਹਨਾਂ ਨੇ ਇੰਨੀ ਜਲਦੀ ਐਕਸ਼ਨ ਲੈ ਲਿਆ, ਮੈਂ ਤਾਂ ਬੜਾ ਹੈਰਾਨ ਹੋਇਆ। ਤੁਸੀਂ ਕਹਿ ਰਹੇ ਹੋ ਪੈਰਾਸ਼ੂਟ ਕੈਂਡੀਡੇਟ, ਹਲਕਾ ਐਮਐਲਏ ਗੁਰਪ੍ਰੀਤ ਗੋਗੀ ਕਹਿੰਦੇ ਨੇ ਕਿ ਜਿਹੜਾ ਵਰਕਰ ਕੰਮ ਕਰੇਗਾ ਉਹਨੂੰ ਹੀ ਟਿਕਟ ਦੇਵਾਂਗੇ। ਐਮਐਲਏ ਸਾਹਿਬ ਨੂੰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਇਹ ਜਵਾਬ ਉਹਨਾਂ ਨੇ ਕਿਤੇ ਪ੍ਰੈਸ ਕਾਨਫਰੰਸ 'ਚ ਵੀ ਕਿਸੇ ਨੇ ਮੇਰੇ ਪੱਤਰਕਾਰ ਭਰਾ ਨੇ ਕੀਤਾ ਸੀ। ਐਮਐਲਏ ਸਾਹਿਬ ਰਾਜੀਵ ਗੁਗਲਾਨੀ ਨੂੰ ਸ਼ਾਇਦ ਤੁਸੀਂ ਭੁੱਲ ਗਏ ਹੋਵੋਗੇ, ਮੈਂ ਉਹੀ ਰਾਜੀਵ ਗੁਗਲਾਨੀ ਹੈ। ਜੇ ਮੈਂ ਕੰਮ ਨਾ ਕੀਤਾ ਹੁੰਦਾ ਤਾਂ ਤੁਸੀਂ ਸ਼ਾਇਦ ਵਿਧਾਨ ਸਭਾ ਦੀ ਪੌੜੀਆਂ ਨਾ ਚੜ੍ਹਦੇ, ਕਿਉਂਕਿ ਲੁਧਿਆਣਾ ਵੈਸਟ ਦੇ ਵਿੱਚੋਂ ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲੇ ਨੇ ਤੁਹਾਨੂੰ ਜਿਤਾਇਆ, ਮੈਂ ਇਕੱਲੇ ਨੇ ਨਹੀਂ ਜਿਤਾਇਆ, ਪਰ ਮੇਰਾ ਉਹਦੇ ਵਿੱਚ ਯੋਗਦਾਨ, ਮੇਰਾ ਜਿਹੜਾ ਸ਼ੇਅਰ ਹੈ ਉਹ ਤੁਸੀਂ ਜਿੰਨਾ ਮਰਜ਼ੀ ਉਹਨੂੰ ਰਿਜੈਕਟ ਕਰਦੇ ਹੋ, ਨੈਗਲੈਕਟ ਕਰਦੇ ਹੋ। ਪਹਿਲੀ ਮੀਟਿੰਗ ਰੋਜ਼ ਗਾਰਡਨ ਦੇ ਵਿੱਚ ਹੋਈ ਸੀ ਜਦੋਂ ਮੈਨੂੰ ਬੁਖਾਰ ਸੀ, ਤੁਹਾਡਾ ਫੋਨ ਆਇਆ ਸੀ ਔਰ ਮਿੰਨਾ ਮੀਂਹ ਪੈ ਰਿਹਾ ਸੀ। ਔਰ ਉਸ ਤੋਂ ਬਾਅਦ ਵਾਰਡ ਨੰਬਰ 81 ਦੇ ਵਿੱਚ ਰਾਜੀਵ ਗੁਗਲਾਨੀ ਤੁਹਾਨੂੰ ਲੈ ਕੇ ਘੁੰਮ ਰਿਹਾ ਸੀ, ਤੁਸੀਂ ਉਦੋਂ ਐਕਟਿਵਾ 'ਤੇ ਸੀ। ਮੇਰੇ ਕੋਲ ਸਾਰੀਆਂ ਫੋਟੋਆਂ ਮੌਜੂਦ ਹੈ। ਹੁਣ ਮੈਂ ਜਿੰਨੇ ਵੀ ਸਾਡੇ ਪੈਰਾਸ਼ੂਟ ਵਾਲੇ ਕੈਂਡੀਡੇਟ ਵਾਰਡ ਨੰਬਰ 81 ਜਿਹੜਾ ਕਿ ਉਹਨੂੰ 65 ਹੋ ਗਿਆ, ਉਹਨਾਂ ਨੂੰ ਓਪਨ ਚੈਲੰਜ ਹੈ ਮੇਰਾ ਔਨ ਸਕਰੀਨ, ਰਾਜੀਵ ਗੁਗਲਾਨੀ ਨਾਲ ਇੱਕ ਮੁਕਾਬਲਾ ਇਲੈਕਸ਼ਨਾਂ ਤੋਂ ਪਹਿਲਾਂ ਕਰ ਲਓ। ਤੁਸੀਂ ਆਪਣਾ ਬਸਤਾ ਪਾਰਟੀ ਹਾਈ ਕਮਾਂਡ, ਸਾਡੇ ਜ਼ਿਲ੍ਹਾ ਬੋਡੀ ਜਾਂ ਐਮਐਲਏ ਸਾਹਿਬ ਕੋਲ ਰੱਖ ਦਿਓ ਵੀ ਅਸੀਂ ਆਹ ਕੰਮ ਕੀਤਾ ਜੀ ਵਿਧਾਨ ਸਭਾ ਦੇ ਵਿੱਚ। ਤੇ ਜੇ ਤਾਂ ਤੁਸੀਂ ਰਾਜੀਵ ਗੁਗਲਾਨੀ ਨੂੰ ਹਰਾਤਾ ਤੇ ਮੇਰਾ ਓਪਨ ਚੈਲੰਜ ਹੈ, ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲਾਂਗਾ, ਮੈਂ ਰਾਜਨੀਤੀ ਨਹੀਂ ਕਰਾਂਗਾ। ਪਰ ਜੇ ਮੈਨੂੰ ਕੋਈ ਹਰਾ ਨਾ ਪਾਇਆ, ਮੇਰੇ ਕੰਮ ਦੇ ਮੁਕਾਬਲਾ ਨਾ ਕਰ ਪਾਇਆ, ਉਹ ਤਰਾਜੂ ਦੇ ਵਿੱਚ ਤੋਲ ਲਿਓ, ਤਾਂ ਫਿਰ ਟਿਕਟ ਦਾ ਦਾਅਵੇਦਾਰ ਤੇ ਟਿਕਟ ਦਾ ਹੱਕਦਾਰ ਮੈਂ ਹੀ ਹੋਵਾਂਗਾ। ਕਿਉਂਕਿ ਮੈਂ ਜਲੰਧਰ ਸੰਸਾਰਪੁਰ ਜਿਤਾਇਆ, ਉਦੋਂ ਐਮਐਲਏ ਸਾਹਿਬ ਬੜੀਆਂ ਮਿੰਨਤਾਂ ਕਰ ਰਹੇ ਸੀਗੇ ਕਿ ਮੈਂ ਜਲੰਧਰ ਜਿੱਤਣਾ ਹੈ, 12 ਪਿੰਡ ਮਿਲੇ ਨੇ, ਇਹ ਮੇਰੀ ਜ਼ਿੰਮੇਵਾਰੀ ਹੈ, ਮੇਰਾ ਕੱਦ ਉੱਚਾ ਹੋਣਾ ਹੈ, ਤੁਹਾਡੀਆਂ ਮੈਂ ਜੇਬਾਂ ਨੂੰ ਜਿੱਪਾਂ ਲਾ ਦੇਣੀ ਹੈ। ਸਾਨੂੰ 1 ਰੁਪਏ ਦੀ ਮਦਦ ਨਾ ਐਮਐਲਏ ਸਾਹਿਬ ਨੇ ਪਾਣੀ ਦਾ ਗਲਾਸ ਵੀ ਨਹੀਂ ਪੁੱਛਿਆ। 12 ਦਿਨ 13 ਦਿਨ ਅਸੀਂ ਇਕੱਲੇ ਆਪਣੇ ਖਰਚੇ ਤੇ ਜਲੰਧਰ ਘੁੰਮਦੇ ਰਹੇ। ਕਿਉਂ? ਅਸੀਂ ਆਪਣੀ ਪਾਰਟੀ ਨਾਲ ਪਿਆਰ ਕਰਦੇ ਸੀ, ਪਾਰਟੀ ਦਾ ਕੈਂਡੀਡੇਟ ਜਿਤਾਉਣਾ ਸੀ, ਮੈਂ ਸੰਸਾਰਪੁਰ ਜਿਤਾ ਕੇ ਲਿਆਇਆ। ਪਰ ਐਮਐਲਏ ਸਾਹਿਬ ਕਹਿੰਦੇ ਸੀ ਮੈਂ ਤੁਹਾਡਾ ਖਰਚਾ ਨਹੀਂ ਹੋਣ ਦੇਣਾ, ਮੈਂ ਜੇਬਾਂ ਨੂੰ ਜਿੱਪਾਂ ਲਾ ਦਾਂਗਾ। ਉਹ ਜਿੱਪਾਂ ਤਾਂ ਉਹਨਾਂ ਨੇ ਆਪਣੀ ਜੇਬਾਂ ਨੂੰ ਲਾ ਲਈਆਂ, ਸਾਨੂੰ ਤਾਂ ਉਹਨਾਂ ਨੇ ਪਾਣੀ ਦਾ ਗਲਾਸ ਵੀ ਨਹੀਂ ਪੁੱਛਿਆ। ਵੀ ਬਾਕੀ ਐਮਐਲਏ ਨੇ ਆਪਣੇ ਵਰਕਰਾਂ ਦਾ ਧਿਆਨ ਰੱਖਿਆ, ਪਰ ਐਮਐਲਏ ਸਾਹਿਬ ਨੇ ਬਾਤ ਹੀ ਨਹੀਂ ਪੁੱਛੀ। ਤੁਸੀਂ ਕਹਿ ਰਹੇ ਹੋ ਕਿ ਪਾਰਟੀ ਜਿਹੜੀ ਹੈ ਵਲੰਟੀਅਰਾਂ ਕੋਲੋਂ ਫੀਡਬੈਕ ਲੈ ਰਹੀ ਆ, ਆਮ ਵਰਕਰਾਂ ਦੀ ਪੁੱਛ ਪੜਤਾਲ ਕਰ ਰਹੀ ਆ, ਪਰ ਐਮਐਲਏ ਪੈਰਾਸ਼ੂਟ ਕੈਂਡੀਡੇਟ ਲੈ ਕੇ ਆ ਰਹੇ, ਕਾਰਨ ਕੀ ਹੈ ਕਿ ਐਮਐਲਏ ਇਸ ਤਰ੍ਹਾਂ ਦਾ ਕਿਉਂ ਕਰ ਰਹੇ ਨੇ? ਦੇਖੋ ਜੀ, ਐਮਐਲਏ ਸਾਹਿਬ ਦੇ ਵਿੱਚ ਨਾ ਕਿਤੇ ਹਜੇ ਕਾਂਗਰਸ ਵਾਲਾ ਡੀਐਨਏ ਉਹ ਖਤਮ ਨਹੀਂ ਹੋਇਆ। ਮੈਨੂੰ ਇਸ ਗੱਲ ਕਹਿਣ ਦੇ ਵਿੱਚ ਕੋਈ ਵੀ ਗੁਰੇਜ਼ ਨਹੀਂ ਹੈ। ਉਹ ਕਿਤੇ ਨਾ ਕਿਤੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਹੈ ਨਾ, ਉਹਦਾ ਕਾਂਗਰਸੀਕਰਨ ਕਰਨਾ ਚਾਹੁੰਦੇ ਨੇ। ਕਾਂਗਰਸ ਉਹ ਆਮ ਆਦਮੀ ਪਾਰਟੀ ਦੀ ਬੀ ਟੀਮ ਬਣਾਉਣਾ ਚਾਹੁੰਦੇ ਨੇ। 16 ਤੋਂ 17 ਵਾਰਡ ਨੇ, 17 ਦੇ 17 ਵਲੰਟੀਅਰ ਐਮਐਲਏ ਸਾਹਿਬ ਤੋਂ ਨਾਰਾਜ਼ ਨੇ। ਪਰ ਗੱਲ ਇਹ ਹੈ ਵੀ ਹੌਸਲੇ ਦੀ, ਜਿਗਰੇ ਦੀ
ਰਾਜੀਵ ਗੁਗਲਾਨੀ ਪਿੱਛੇ ਵੀ ਆਪਣੀ ਗੱਲ ਬੇਬਾਕੀ ਨਾਲ ਕਰਦਾ ਆਇਆ ਤੇ ਹੁਣ ਵੀ ਕਰਦਾ ਆ ਰਿਹਾ। ਤਾਂ ਉਹ ਸਾਰੇ 17 ਦੇ 17 ਵਲੰਟੀਅਰ ਸਿਰਫ ਮੌਕੇ ਦੀ ਤਾਕ ਦੇ ਵਿੱਚ ਨੇ। ਜਿਸ ਦਿਨ ਉਹਨਾਂ ਦੇ ਹੱਥੋਂ ਮੌਕਾ ਜੇ ਕੋਈ ਨਿਕਲ ਗਿਆ ਤੇ ਸਾਰੇ ਦੇ ਸਾਰੇ ਵਲੰਟੀਅਰ ਮੇਰੇ ਨਾਲ ਪਿੱਛੇ ਲੱਗੇ ਹੋਣਗੇ, ਪਰ ਉਹ ਕਿਤੇ ਨਾ ਕਿਤੇ ਹਜੇ ਮਜਬੂਰ ਨੇ ਜਾਂ ਹਜੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਵੇਟ ਕਰ ਰਹੇ ਨੇ। ਪਰ ਐਮਐਲਏ ਸਾਹਿਬ ਸਾਡਾ ਜਿਹੜਾ ਉਹ ਕਾਂਗਰਸੀਕਰਨ ਕਰਨਾ ਚਾਹ ਰਹੇ ਨੇ, ਜਿਹੜਾ ਉਹਨਾਂ ਦੇ ਅੰਦਰ ਹਜੇ ਕਾਂਗਰਸ ਵਾਲਾ ਡੀਐਨਏ ਗਿਆ ਨਹੀਂ ਹੈ। ਇਹ ਉਹੀ ਹੈ, ਹੁਣ ਪਾਰਟੀ ਹਾਈਕਮਾਂਡ ਨੇ ਦੇਖਣਾ ਕਿ ਪਾਰਟੀ ਨੇ ਆਪਣਾ ਜਿਹੜੀ ਆਈਡੀਓਲੋਜੀ ਹੈ ਉਹ ਚਲਾਣੀ ਹੈ ਕਿ ਐਮਐਲਏ ਦੀ ਆਈਡੀਓਲੋਜੀ ਨਾਲ ਚੱਲਣਾ ਹੈ। ਪਰ ਮੈਨੂੰ ਲੱਗਦਾ ਹੈ ਕਿ ਪਾਰਟੀ ਸਾਡੀ ਭਗਵੰਤ ਸਿੰਘ ਮਾਨ ਜੀ ਦੀ, ਕੇਜਰੀਵਾਲ ਸਾਹਿਬ ਦੀ ਜੋ ਆਈਡੀਓਲੋਜੀ ਹੈ ਨਾ ਉਹਦੇ ਨਾਲ ਚੱਲੇਗੀ। ਐਮਐਲਏ ਸਾਹਿਬ ਦੀ ਆਈਡੀਓਲੋਜੀ ਨਾਲ ਤਾਂ ਇਹ ਤਾਂ 17 ਕੈਂਡੀਡੇਟ ਇਹ ਤਾਂ ਆਪਣੀ ਲਿਸਟ ਬਣਾ ਚੁੱਕੇ ਨੇ, ਇਹਨਾਂ ਨੇ ਉੱਪਰ ਵੀ ਭੇਜੀ ਸੀ ਪਰ ਉੱਥੋਂ ਰਿਜੈਕਟ ਹੋ ਕੇ ਆ ਗਈ ਹੈ, ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਪਹਿਲਾਂ ਵਲੰਟੀਅਰਾਂ ਨੂੰ ਸੁਣਨਾ ਹੈ। ਤਾਂ 70 ਤੋਂ 80% ਜਿਹੜੀਆਂ ਟਿਕਟਾਂ ਉਹ ਵਲੰਟੀਅਰਾਂ ਨੂੰ ਮਿਲਣੀਆਂ। ਐਮਐਲਏ ਸਾਹਿਬ ਦੇ ਕਹਿਣ 'ਤੇ 2-4 ਟਿਕਟਾਂ ਸਿਰਫ ਉਹ ਵੀ ਐਜ਼ ਏ ਪ੍ਰੋਟੋਕੋਲ ਕਿ ਉਹ ਇਲੈਕਟਡ ਨੇ ਤੇ ਐਮਐਲਏ ਸਾਹਿਬ ਨੇ ਤੇ ਉਹਨਾਂ ਦਾ ਕੱਦ ਉੱਚਾ ਤੇ ਉਹਨਾਂ ਨੂੰ ਮੰਨਣਾ ਪੈਣਾ। ਤੁਹਾਨੂੰ ਕੀ ਲੱਗਦਾ ਕਿ ਹਲਕਾ ਐਮਐਲਏ ਪਾਰਟੀ ਦੀ ਆਈਡੀਓਲੋਜੀ ਜਿਹੜੇ ਆ ਨਹੀਂ ਮੰਨਦੇ ਹੋਏ ਨਜ਼ਰ ਆਉਂਦੇ, ਆਪਣੀ ਆਈਡੀਓਲੋਜੀ ਚਲਾ ਰਹੇ ਨੇ? ਦੇਖੋ ਕਿਤੇ ਨਾ ਕਿਤੇ ਤਾਂ ਇਹੀ ਲੱਗ ਰਿਹਾ ਨਾ, ਕਿਤੇ ਛਿੱਕੇ ਟੰਗ ਕੇ ਉਹਨਾਂ ਨੇ ਜੋ ਕੁਛ ਕੀਤਾ ਹੈ ਸਾਰਾ ਕੁਛ। ਹੁਣ ਤੁਸੀਂ ਉਹ ਦੇਖੋ ਵੀ ਉਦੋਂ ਸਰਕਾਰੀ ਪ੍ਰੋਗਰਾਮ ਹੋਇਆ ਸੀ, ਤੁਹਾਡੇ ਹੀ ਚੈਨਲ 'ਤੇ ਮੈਂ ਵੀਡੀਓ ਦੇਖੀ, ਉਹਦੇ 'ਚ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਉਸ ਉੱਥੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਨਹੀਂ ਸੀ। ਤੇ ਇਹ ਤਾਂ ਹੁਣ ਕਿਤੇ ਨਾ ਕਿਤੇ ਹੁਣ ਉਹਨਾਂ ਦੇ ਘਰ ਦੇ ਵਿੱਚ ਪ੍ਰੋਗਰਾਮ ਹੋਵੇ ਔਰ ਘਰ ਤੋਂ ਸਿਰਫ 300 ਤੋਂ 400 ਮੀਟਰ ਔਰ ਹਲਕਾ ਜਿਹੜਾ ਮਤਲਬ ਵਿਧਾਇਕ ਹੋਵੇ ਔਰ ਆਪਣੇ ਉਸ ਸਰਕਾਰੀ ਪ੍ਰੋਗਰਾਮ ਦੇ ਵਿੱਚ ਨਾ ਹੋਵੇ, ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ। ਤਾਂ ਛਿੱਕੇ ਟੰਗ ਕੇ ਇੱਦਾਂ ਪਾਰਟੀ ਤੋਂ ਉੱਪਰ ਉੱਠ ਕੇ ਕੋਈ ਵੀ ਚੀਜ਼ ਨਹੀਂ ਹੁੰਦੀ। ਪਾਰਟੀ ਸਭ ਤੋਂ ਉੱਪਰ ਹੁੰਦੀ ਹੈ। ਜੋ ਪਾਰਟੀ ਦੀ ਆਈਡੀਓਲੋਜੀ ਨੂੰ ਉਹ ਮੰਨ ਕੇ ਆਏ ਨੇ ਤਾਂ ਉਸੇ ਪਾਰਟੀ ਦੀ ਆਈਡੀਓਲੋਜੀ ਨਾਲ ਚੱਲਣਾ ਪਏਗਾ ਨਾ। ਹੁਣ ਚੱਲ ਨਹੀਂ ਰਹੇ। ਦੇਖੋ ਕਿਤੇ ਨਾ ਕਿਤੇ ਹੁਣ 17 ਦੇ 17 ਜਿਹੜੇ ਬੰਦੇ ਉਹਨਾਂ ਨੇ ਕਾਂਗਰਸ ਤੋਂ ਇੰਪੋਰਟ ਕੀਤੇ, ਅਕਾਲੀ ਦਲ ਤੋਂ ਇੰਪੋਰਟ ਕੀਤੇ। ਹੁਣ ਮੇਰੇ ਵਾਲੇ ਵਾਰਡ ਤੋਂ ਵੀ ਮੇਰੇ ਆਫਿਸ ਦੀਆਂ 3 ਪੌੜੀਆਂ ਮਾਨਯੋਗ ਐਮਐਲਏ ਸਾਹਿਬ ਪਿਛਲੇ 1.5 ਸਾਲ ਤੋਂ ਨਹੀਂ ਚੜ੍ਹ ਸਕੇ। ਮੈਂ ਬੜੀਆਂ ਮਿਹਨਤਾਂ ਕੀਤੀਆਂ, ਸਰ ਆ ਜਾਓ, ਇੱਥੋਂ ਨਾਲ ਹੀ ਪੁਲਿਸ ਸਟੇਸ਼ਨ ਹੈ 100 ਮੀਟਰ 'ਤੇ, ਇੱਥੇ ਮਹੂਰਤ ਕਰਨ ਆਏ ਜਾਂ ਹੋਰ ਵੀ ਕਈ ਕੰਮਾਂ ਨੂੰ ਹੈਬੋਵਾਲ ਆਉਂਦੇ ਰਹੇ ਨੇ, ਪਰ ਉਹ ਮੇਰੇ ਆਫਿਸ ਦੀਆਂ 3 ਪੌੜੀਆਂ ਨਹੀਂ ਚੜ੍ਹੇ। ਪਰ ਜਿਸ ਬੰਦੇ ਨੂੰ ਉਹ ਟਿਕਟ ਦੇਣਾ ਚਾਹੁੰਦੇ ਨੇ, ਜਿਸ ਕਾਂਗਰਸੀ ਉਮੀਦਵਾਰ ਨੂੰ ਉਹ ਲੈ ਕੇ ਰਿਪਰੈਜ਼ੈਂਟ ਕਰ ਰਹੇ ਨੇ, ਉਹਦਾ ਬੜਾ ਬਣਾ ਰਹੇ ਨੇ ਗਰਾਊਂਡ, ਉਹਦੀਆਂ 20 ਪੌੜੀਆਂ ਚੜ੍ਹ ਕੇ, ਉਹਦੀਆਂ ਘਰ ਦੀਆਂ 20 ਪੌੜੀਆਂ ਚੜ੍ਹ ਕੇ ਐਮਐਲਏ ਸਾਹਿਬ ਉਹਦੇ ਘਰੇ ਗਏ। ਐਮਐਲਏ ਸਾਹਿਬ ਦੀ ਕੀ ਮਜਬੂਰੀ ਹੈ? ਉਹ ਕਹਿੰਦੇ ਜੀ ਬੜਾ ਕੈਪੇਬਲ ਹੈ। ਇਹ ਉਹੀ ਬੰਦਾ ਹੈ ਕੈਪੇਬਲ ਜਿਹਨੂੰ ਤੁਸੀਂ ਕਹਿ ਰਹੇ ਹੋ ਉਹਨੇ ਤੁਹਾਨੂੰ ਵੋਟਾਂ ਵੇਲੇ ਰਿਜੈਕਟ ਕਰਤਾ ਸੀ, ਉਹਨੇ ਤੁਹਾਡੀ ਸਪੋਰਟ ਨਹੀਂ ਕੀਤੀ ਸੀ, ਉਹ ਆਪਣੇ ਕੈਂਡੀਡੇਟ ਦੀ ਸਪੋਰਟ ਕਰ ਰਿਹਾ ਸੀ। ਉਦੋਂ ਰਾਜੀਵ ਗੁਗਲਾਨੀ ਤੁਹਾਡੇ ਨਾਲ ਘੁੰਮ ਰਿਹਾ ਸੀ, ਪੱਲਿਓਂ ਪੈਸੇ ਲਾ ਰਿਹਾ ਸੀ, ਮੀਟਿੰਗਾਂ ਕਰਾ ਰਿਹਾ ਸੀ, ਕਿਉਂਕਿ ਉਦੋਂ ਜਦੋਂ ਸਾਡਾ ਆਪੋਜ਼ਿਟ ਕੈਂਡੀਡੇਟ ਸੀ ਉਹਦਾ ਬੜਾ ਖੌਫ ਸੀ। ਤਾਂ ਉਸ ਖੌਫ ਨੂੰ ਦੇਖਦੇ ਕੋਈ ਖੜਦਾ ਹੀ ਨਹੀਂ ਸੀ। ਉਹ ਮੀਟਿੰਗ ਦਾ ਛੱਡੋ, ਸਾਡੇ ਨਾਲ ਫੋਟੋ ਨਹੀਂ ਕਰਾਉਂਦਾ ਸੀ। ਸੋ ਐਮਐਲਏ ਸਾਹਿਬ ਇਹ ਸਾਰੀਆਂ ਗੱਲਾਂ ਹੁਣ ਭੁੱਲ ਚੁੱਕੇ ਨੇ। ਮੈਂ ਐਮਐਲਏ ਸਾਹਿਬ ਨੂੰ ਇੱਕੋ ਹੀ ਓਪਨ ਇੱਕ ਬੇਨਤੀ ਕਰਾਂਗਾ, ਤੁਸੀਂ 1 to 1 ਮੇਰੇ ਨਾਲ ਕਰੋ, ਅੱਖ ਚੱਕ ਪਾ ਕੇ ਗੱਲ ਕਰੋ। ਜਿਵੇਂ ਤੁਸੀਂ ਹਰ ਇੰਟਰਵਿਊ 'ਚ ਕਹਿੰਦੇ ਹੁੰਦੇ ਨਾ, ਅੱਖ ਚੱਕ ਪਾ ਕੇ ਗੱਲ ਕਰੋ, ਤੇ ਮੈਂ ਵੀ ਤੁਹਾਡੇ ਨਾਲ ਅੱਖ ਚੱਕ ਪਾ ਕੇ ਗੱਲ ਕਰਨ ਨੂੰ ਤਿਆਰ ਹਾਂ। ਤੁਸੀਂ ਚੱਲੋ, ਕਿਹੜੇ ਮੰਦਰ, ਗੁਰਦੁਆਰੇ, ਚਰਚ, ਮਸਜਿਦ ਚੱਲਣਾ। ਤੁਸੀਂ 6 ਵਾਰੀ ਕਿਹਾ ਨਹੀਂ ਸੀ ਵੀ ਤੂੰ ਮੇਰਾ ਕੈਂਡੀਡੇਟ ਹੋਏਗਾ, ਤੈਨੂੰ ਮੈਂ ਲੜਾਊਂਗਾ ਇਲੈਕਸ਼ਨ, ਜੇ ਮੈਂ ਜਿੱਤ ਗਿਆ, ਜੇ ਮੈਂ ਪਾਵਰ 'ਚ ਆ ਗਿਆ ਤੇ ਤੇਰੇ ਤੇ ਪੈਸੇ ਵੀ ਮੈਂ ਲਾਊਂਗਾ। ਹੁਣ ਮੈਂ ਇੱਕ ਗੱਲ ਕਰਨ ਲੱਗਿਆ, ਵੈਸੇ ਤਾਂ ਇਮੋਸ਼ਨਲ ਗੱਲਾਂ ਦਾ ਵੈਸੇ ਪੋਲੀਟਿਕਸ ਦੇ ਵਿੱਚ ਕੋਈ ਰੋਲ ਨਹੀਂ ਹੁੰਦਾ। ਐਮਐਲਏ ਸਾਹਿਬ ਮੇਰਾ ਵੀ ਇੱਕ ਮੁੰਡਾ, ਤੁਹਾਡਾ ਵੀ ਇੱਕ ਮੁੰਡਾ, ਤੇ ਆਓ ਆਪਾਂ ਚੱਲੀਏ ਮੰਦਰ ਤੇ ਚੱਲੀਏ ਗੁਰਦੁਆਰੇ, ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ। ਮੈਂ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਆਪਾਂ ਆਪਣਾ ਆਪਣਾ ਮੁੰਡਾ ਲੈ ਕੇ ਗੁਰਦੁਆਰੇ ਮੰਦਰ ਚੜ੍ਹਦੇ ਹਾਂ ਤੇ ਤੁਸੀਂ ਉੱਥੇ ਆ ਕੇ ਕਹਿ ਦਿਓ ਕਿ ਤੁਸੀਂ ਰਾਜੀਵ ਗੁਗਲਾਨੀ ਨਾਲ ਇਹ ਗੱਲ ਨਹੀਂ ਕੀਤੀ ਜਾਂ ਰਾਜੀਵ ਗੁਗਲਾਨੀ ਨੂੰ ਇਹ ਸੁਪਨੇ ਨਹੀਂ ਦਿਖਾਏ। ਜੇ ਮੈਂ ਪੁਰਾਣੀ ਪਾਰਟੀ ਨੂੰ ਛੱਡ ਕੇ ਆਇਆ, ਉਹਨਾਂ ਤੋਂ ਦੁਖੀ ਹੋ ਕੇ ਆਇਆ, ਤੇ ਮੈਂ ਵੀ ਆਪਣਾ ਕੈਰੀਅਰ, ਆਪਣਾ ਗ੍ਰਾਫ ਜਿਹੜਾ ਮੇਰਾ ਡਰੀਮ ਹੈ ਉਹਨੂੰ ਮੈਂ ਪੂਰਾ ਕਰਨ ਵਾਸਤੇ ਆਇਆ ਨਾ। ਅੱਜ ਤੁਸੀਂ ਮੇਰਾ ਵਾਰਡ ਲੇਡੀਜ਼ ਕਿਉਂ ਕਰਵਾਤਾ? ਤੁਸੀਂ ਕਹਿੰਦੇ ਜੀ ਇਹ ਡਰੋਨ ਨੇ ਕੀਤਾ। ਸਰ ਡਰੋਨ ਆਪਣੇ ਆਪ ਕਿੱਦਾਂ ਚੱਲ ਗਿਆ? ਡਰੋਨ ਨੂੰ ਕੀ ਪਤਾ ਸੀ ਕਿ ਵਾਰਡ ਨੰਬਰ 80 ਆਪਾਂ ਕੱਟ ਦੇਣਾ ਹੈ? ਤੇ ਡਰੋਨ ਇੰਨਾ ਇੰਟੈਲੀਜੈਂਟ ਹੋ ਗਿਆ ਕਿ ਇੱਕ ਕਾਂਗਰਸੀ ਜਿਹੜਾ ਹਜੇ ਕੱਲ੍ਹ ਆਇਆ ਉਹਦੇ ਵਾਸਤੇ ਤੁਸੀਂ ਨਵਾਂ ਵਾਰਡ ਤਿਆਰ ਕਰਤਾ। ਤੇ ਮੇਰਾ ਵਾਰਡ ਤੁਸੀਂ ਲੇਡੀਜ਼ ਕਿਉਂ ਕਰਾਇਆ? ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਜੀ। ਇਹਨਾਂ ਦੇ ਇੱਕ ਖਾਸ ਐਮਐਲਏ ਸਾਹਿਬ ਦਾ, ਉਹਦਾ ਵਾਰਡ ਲੇਡੀਜ਼ ਹੋਣ ਜਾ ਰਿਹਾ ਸੀਗਾ। ਉਹ ਬੰਦੇ ਨੇ ਐਮਐਲਏ ਸਾਹਿਬ ਨੂੰ ਧਮਕੀ ਦਿੱਤੀ ਵੀ ਮੈਂ ਘਰ ਬਹਿ ਜਾਵਾਂਗਾ ਜੇ ਮੇਰਾ ਵਾਰਡ ਲੇਡੀਜ਼ ਕੀਤਾ। ਐਮਐਲਏ ਸਾਹਿਬ ਡਰ ਗਏ ਕਿਉਂਕਿ ਉਸ ਬੰਦੇ ਨੂੰ ਉਹ ਘਰ ਨਹੀਂ ਬਿਠਾਉਣਾ ਚਾਹੁੰਦੇ ਸੀ। ਐਮਐਲਏ ਸਾਹਿਬ ਨੇ ਉਹਦੀ ਗਾਜ ਮੇਰੇ ਤੇ ਸਿੱਟਤੀ, ਉਹਦਾ ਵਾਰਡ ਲੇਡੀਜ਼ ਨਾ ਕਰਾ ਕੇ ਮੇਰਾ ਲੇਡੀਜ਼ ਕਰਾਤਾ। ਕਹਿੰਦੇ ਜੀ ਜਿਹੜੇ ਡਰੋਨ ਨੇ ਕੀਤਾ। ਦਾ ਦੱਸੋ। ਮੈਂ ਮਾਨਯੋਗ ਬਲਕਾਰ ਸਿੰਘ ਮੰਤਰੀ ਸਾਹਿਬ ਨੂੰ ਮਿਲਿਆ, ਉਹ ਕਹਿੰਦੇ ਜੀ ਮੈਂ ਕੁਛ ਨਹੀਂ ਕੀਤਾ, ਜੋ ਕੁਛ ਕੀਤਾ ਐਮਐਲਏ ਨੇ ਕੀਤਾ, ਉਹਨਾਂ ਦੇ ਸਿਰਫ ਸਾਈਨ ਕੀਤੇ ਸਰ। ਸੋ ਸਾਰਾ ਕੁਛ ਕਾਂਗਰਸੀਕਰਨ ਪਾਰਟੀ ਨਹੀਂ ਹੋਣ ਦੇ ਰਹੀ। ਐਮਐਲਏ ਸਾਹਿਬ ਤਾਂ ਬੜੀ ਕੋਸ਼ਿਸ਼ ਕਰ ਰਹੇ। ਤੁਸੀਂ ਕਹਿ ਰਹੇ ਹੋ ਕਿ ਐਮਐਲਏ ਕਾਂਗਰਸੀਕਰਨ ਕਰ ਰਹੇ ਨੇ, ਪਰ ਕਾਂਗਰਸ ਦੇ ਨੇਤਾਵਾਂ ਦੇ ਨਾਲ ਸਿੱਧੀ ਜਿਹੜਾ ਵਾ ਰਾਬਤਾ ਉਹਨਾਂ ਦਾ ਚੱਲਦਾ ਨਜ਼ਰ ਆ ਰਿਹਾ। ਵੱਖ-ਵੱਖ ਬਿਆਨਬਾਜ਼ੀ, ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤਿੱਖੀ ਬਿਆਨਬਾਜ਼ੀ ਜਿਹੜੀ ਆ ਕਾਂਗਰਸ ਦੇ ਵੱਡੇ ਨੇਤਾਵਾਂ ਦੇ ਨਾਲ, ਚਾਹੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਹੋਣ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਣ, ਉਹਨਾਂ ਦੇ ਨਾਲ ਤਿੱਖੀ ਬਿਆਨਬਾਜ਼ੀ ਜਿਹੜੀ ਆ ਐਮਐਲਏ ਗੁਰਪ੍ਰੀਤ ਗੋਗੀ ਦੀ ਚੱਲਦੀ ਹੋਈ ਨਜ਼ਰ ਆ ਰਹੀ ਹੈ। ਸਿਟੀ ਬੱਸਾਂ ਨੂੰ ਲੈ ਕੇ ਆਮਣੇ ਸਾਹਮਣੇ ਦੋਨੋਂ ਵੱਡੇ ਲੀਡਰ ਹੁੰਦੇ ਨਜ਼ਰ ਆਏ ਨੇ। ਸਰ ਸਾਡੇ ਨਾ ਐਮਐਲਏ ਸਾਹਿਬ ਬਹੁਤ ਵੱਡੇ ਐਕਟਰ ਨੇ,
ਕੈਮਰੇ ਦੇ ਅੱਗੇ ਬੜੀ ਵਧੀਆ ਐਕਟਿੰਗ ਕਰ ਲੈਂਦੇ ਨੇ। ਉਹ ਐਕਟਿੰਗ ਹੈ। ਤੁਸੀਂ ਕੀ ਸੋਚਦੇ ਹੋ ਕੋਈ ਸੱਚ ਹੈ? ਫਿਰ ਮਾਨਯੋਗ ਸਾਡੇ ਐਮਪੀ ਸਾਹਿਬ ਨੇ ਕਿੱਥੇ ਸੀਐਮ ਸਾਹਿਬ ਨੂੰ ਸ਼ਿਕਾਇਤ ਕੀਤੀ ਹੈ ਸਿਟੀ ਬੱਸਾਂ ਨੂੰ ਲੈ ਕੇ, ਕਿੱਥੇ ਉਹਨਾਂ ਨੇ ਪੁਲਿਸ 'ਚ ਕੰਪਲੇਂਟ ਕੀਤੀ ਹੈ? ਇਹ ਸਿਰਫ ਤੇ ਸਿਰਫ ਡਰਾਮੇਬਾਜ਼ੀ ਹੈ। ਉਹ ਫਰੈਂਡਲੀ ਮੈਚ ਹੈ। ਇਹ ਬਾਅਦ ਦੇ ਵਿੱਚ ਆਪਸ 'ਚ ਫੋਨ 'ਚ ਫਿਰ ਗੱਲਾਂ ਵੀ ਕਰਦੇ ਆ, ਦੇਖਿਆ ਮੈਂ ਤੇਰੇ ਵਾਸਤੇ ਇਹ ਕਿਹਾ, ਤੂੰ ਮੇਰੇ ਵਾਸਤੇ ਆਹ ਕਿਹਾ। ਤੋਂ ਸਿਰਫ ਤੇ ਸਿਰਫ ਪਬਲਿਕ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਤੇ ਤੁਹਾਡੇ ਵਰਗੇ ਪੱਤਰਕਾਰਾਂ ਦਾ ਟਾਈਮ ਖਰਾਬ ਕੀਤਾ ਜਾ ਰਿਹਾ ਹੈ। ਰਹਿ ਗਈ ਜਿਹੜੀ ਤਿੱਖੀ ਬਿਆਨਬਾਜ਼ੀ, ਉਹ ਸਿਰਫ ਤਿੱਖੀ ਬਿਆਨਬਾਜ਼ੀ ਕੈਮਰੇ ਤੇ ਚੱਲਦੀ ਹੈ। ਸ਼ਾਮ ਨੂੰ ਬਾਅਦ ਦੇ ਵਿੱਚ ਸ਼ਾਇਦ ਇਕੱਠੇ ਵੀ ਹੁੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਮੈਂ ਅੱਖੀਂ ਦੇਖੀਆਂ, ਪ੍ਰੈਕਟੀਕਲ ਮੇਰਾ 25 ਸਾਲ ਦਾ ਐਕਸਪੀਰੀਅੰਸ ਹੈ। ਸੋ ਉਹ ਡਰਾਮੇਬਾਜ਼ੀਆਂ ਮੈਂ ਤਾਂ ਕਹੂੰਗਾ ਵੀ ਬੰਦ ਕਰ ਦਿਓ, ਔਰ ਪਬਲਿਕ ਨੂੰ ਵੀ ਕਹੂੰਗਾ ਕਿ ਇਹਨਾਂ ਦੀਆਂ ਗੱਲਾਂ 'ਚ ਨਾ ਆਓ। ਇਹ ਐਂਡ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਐਮਐਲਏ ਸਾਹਿਬ ਇਹ ਨਾ ਹੋਵੇ ਕਿ ਵਾਪਸੀ ਫਿਰ ਘਰ ਵਾਪਸੀ ਨਾ ਕਰ ਲੈਣ ਕਿਤੇ 4.5 ਸਾਲ ਬਾਅਦ। ਤਾਂ ਤੁਹਾਨੂੰ ਕੀ ਲੱਗਦਾ ਕਿ 4.5 ਸਾਲ ਬਾਅਦ ਐਮਐਲਏ ਗੁਰਪ੍ਰੀਤ ਗੋਗੀ ਇੱਕ ਵਾਰ ਫਿਰ ਕਾਂਗਰਸ ਦੇ ਵਿੱਚ ਸ਼ਾਮਲ ਹੋਣਗੇ? ਜੇ ਆਪਸ ਦੇ ਵਿੱਚ ਇਹਨਾਂ ਦੇ ਰੁਝੇਵੇਂ ਜਾਂ ਆਪਸ ਦੇ ਵਿੱਚ ਮਿਲਵਰਤਨ ਇੱਦਾਂ ਦਾ ਵਾ? ਸਰ ਮੈਂ ਨਹੀਂ ਕਹਿੰਦਾ, ਇਹ ਟਾਈਮ ਦੱਸੇਗਾ। ਮੈਂ ਕੋਈ ਅੰਤਰਯਾਮੀ ਤਾਂ ਹੈ ਨਹੀਂਗਾ, ਪਰ ਜੋ ਇਹਨਾਂ ਦੇ ਸਿਪਟਮ ਨਜ਼ਰ ਆ ਰਹੇ ਨਾ, ਇੱਕ ਸਿਪਟਮ ਹੁੰਦੇ ਆਪਣੇ ਕਿਸੇ ਬਿਮਾਰੀ ਦੇ ਲੱਛਣ ਆਪਾਂ ਨੂੰ ਨਜ਼ਰ ਆ ਜਾਂਦੇ ਆ। ਇਹਨਾਂ ਦਾ ਪਿਆਰ ਹਜੇ ਕਾਂਗਰਸ ਤੋਂ ਮੋਹ ਜਿਹੜਾ ਉਹ ਖਤਮ ਨਹੀਂ ਹੋਇਆ। ਠੀਕ ਆ ਕਿ ਐਮਐਲਏ ਬਣਨਾ ਚਾਹੁੰਦੇ ਸੀ, ਕਾਂਗਰਸ ਵੱਲੋਂ ਨੂੰ ਉਹ ਐਮਐਲਏ ਵਾਲਾ ਨਹੀਂ ਮਿਲਿਆ। ਤੇ ਤੁਸੀਂ ਬਿੱਟੂ ਜੀ ਦਾ ਵੀ ਬੜੀ ਵਾਰੀ ਬਿਆਨ ਸੁਣਿਆ ਹੋਣਾ, ਉਹਨਾਂ ਨੇ ਕਿਹਾ ਸੀ ਅਸੀਂ ਜਦੋਂ ਮਰਜ਼ੀ ਇਹਨਾਂ ਨੂੰ ਹੱਥ ਫੜ ਕੇ ਵਾਪਸ ਲਿਆਵਾਂਗੇ। ਤੇ ਹੋ ਸਕਦਾ ਕਿਤੇ ਨਾ ਕਿਤੇ ਜਦੋਂ ਟਾਈਮ ਦੀ ਚੇਂਜਸ ਆਵੇ ਤੇ ਪਾਰਟੀ ਚੇਂਜ ਕਰਨ ਲਈ ਕਿਹੜਾ ਕੋਈ ਆਈਲੈਟਸ ਦਾ ਟੈਸਟ ਦੇਣਾ ਪੈਂਦਾ ਜਾਂ ਕੋਈ ਪੇਪਰ ਦੇਣਾ ਪੈਂਦਾ। ਇੱਕ ਪਰਨਾ ਹੀ ਪਾਉਣਾ, ਉਸ ਤੋਂ ਬਾਅਦ ਲਾਓ ਤੇ ਪਾਓ, ਫਿਰ ਜਦੋਂ ਮਰਜ਼ੀ ਤੁਸੀਂ ਘਰ ਵਾਪਸੀ ਕਰ ਲਓ। ਇਹ ਸਿਰਫ ਤੇ ਸਿਰਫ ਜੋ ਇਹ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਐਮਐਲਏ ਸਾਹਿਬ ਬਹੁਤ ਕੁਝ ਵੀ ਕਰ ਸਕਦੇ ਆ। ਤਾਂ ਤੁਸੀਂ ਕਿੱਦਾਂ ਕਹਿ ਰਹੇ ਹੋ ਕਿ ਐਮਐਲਏ ਦਾ ਡੀਐਨਏ ਜਿਹੜਾ ਵਾ ਹਜੇ ਵੀ ਕਾਂਗਰਸ ਦੇ ਵਿੱਚ ਆ? ਜਿਹੜੇ ਸਿਪਟਮ ਤੁਹਾਨੂੰ ਨਜ਼ਰ ਆਉਂਦੇ ਉਹਨੂੰ ਲੈ ਕੇ ਕਹਿ ਰਹੇ ਹੋ? ਬਿਲਕੁਲ ਆ ਰਹੇ ਜੀ। ਫਿਰ ਤੁਸੀਂ ਵਲੰਟੀਅਰ ਤੁਹਾਡੇ ਨਾਲ 17 ਦੇ 17 ਕਿਉਂ ਨਹੀਂ ਹੈ? ਤੁਸੀਂ ਵਲੰਟੀਅਰਾਂ 'ਤੇ ਵਿਸ਼ਵਾਸ ਕਿਉਂ ਨਹੀਂ ਕਰਦੇ? ਤੁਸੀਂ ਜਿਹੜੇ ਬੰਦੇ ਉੱਧਰੋਂ ਮੇਲਾ ਲੁੱਟ ਕੇ ਆਏ ਹੈ ਉਹਨਾਂ ਨੂੰ ਦੁਬਾਰਾ ਤੁਸੀਂ ਪ੍ਰਮੋਟ ਕਿਉਂ ਕਰ ਰਹੇ ਹੋ? ਉਹਨਾਂ ਨੇ ਤੁਹਾਡੀ ਸਪੋਰਟ ਕੀਤੀ। ਜਿਹੜੇ ਵਲੰਟੀਅਰਾਂ ਨੇ ਤੁਹਾਡੇ ਲਈ ਖੂਨ ਪਸੀਨਾ ਬਹਾਇਆ, ਮੇਰੇ ਤੇ ਪਰਚਾ ਵੀ ਹੋਇਆ, ਮੈਨੂੰ ਥ੍ਰੈਟ ਕਾਲਾਂ ਵੀ ਆਈਆਂ। ਮੈਂ ਵੈਸਟ ਦੇ ਵਿੱਚ ਵੀ ਕੰਮ ਕੀਤਾ, ਨਾਰਥ ਦੇ ਵਿੱਚ ਵੀ ਕੰਮ ਕੀਤਾ। ਤੇ ਫਿਰ ਦੱਸੋ ਵੀ ਜਿੰਨੇ ਬੰਦੇ ਨੇ ਜਾਨ ਹਥੇਲੀ ਤੇ ਰੱਖ ਕੇ ਇੰਨਾ ਵੱਡਾ ਕੰਮ ਕੀਤਾ ਔਰ ਉਸ ਬੰਦੇ ਨੂੰ ਤੁਸੀਂ ਪਿੱਛੇ ਸੁੱਟ ਕੇ ਮੇਰਾ ਵਾਰਡ ਲੇਡੀਜ਼ ਕਰਾਤਾ ਇੰਟੈਂਸ਼ਨਲੀ। ਚਲੋ ਜੇ ਮੇਰਾ ਇੱਕ ਵਾਰਡ ਲੇਡੀਜ਼ ਹੋ ਗਿਆ, ਤੁਸੀਂ ਕਹਿੰਦੇ ਮੈਂ ਨਹੀਂ ਕਰਾਇਆ, ਆਪਣੇ ਆਪ ਹੋ ਗਿਆ, ਤੇ ਮੈਂ ਕਿਸੇ ਹੋਰ ਵਾਰਡ ਤੋਂ ਵੀ ਤਾਂ ਫਿਰ ਮੈਂ ਇਲੈਕਸ਼ਨ ਲੜ ਸਕਦਾ ਨਾ। 17 ਵਾਰਡ ਆ ਵੈਸਟ ਦੇ। ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਕਹੋ ਜੀ ਕੋਈ ਗੱਲ ਨਹੀਂ, ਤੈਨੂੰ ਇੱਥੋਂ ਨਹੀਂ ਮੈਂ ਉੱਥੋਂ ਲੜਾਵਾਂਗਾ। ਕਿਸੇ ਵੀ ਵਾਰਡ ਤੋਂ ਲੜਨ ਨੂੰ ਤਿਆਰ ਹੋ? ਬਿਲਕੁਲ, ਪਹਿਲੇ ਗੱਲ ਤਾਂ ਮੈਂ ਆਪਣੇ ਹੀ ਵਾਰਡ ਤੋਂ ਲੜਾਂਗਾ ਜੀ। ਇਹ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ, ਕਿਉਂਕਿ ਐਮਐਲਏ ਸਾਹਿਬ ਨੇ ਮੈਨੂੰ ਬੜੀ ਵਾਰੀ ਇੰਡੀਕੇਟਰ ਦਿੱਤਾ ਸੀ, ਤੇਰਾ ਵਾਰਡ ਤਾਂ ਮੈਂ ਲੇਡੀਜ਼ ਕਰਾ ਦੂੰਗਾ, ਤੇਰਾ ਮੈਂ ਲੇਡੀਜ਼ ਕਰਾ ਦੂੰਗਾ। ਕਿਉਂਕਿ ਐਮਐਲਏ ਸਾਹਿਬ ਨਾ ਪਹਿਲੇ ਦਿਨ ਤੋਂ ਹੀ, ਜਦੋਂ ਸਰਕਾਰ ਬਣੀ ਸੀ 15 ਕੁ ਦਿਨਾਂ ਬਾਅਦ ਹੀ ਐਮਐਲਏ ਸਾਹਿਬ ਤੋਂ ਬੜਾ ਵੱਡਾ ਚੇਂਜ ਆ ਗਿਆ ਸੀ। ਮੈਂ ਬੜਾ ਸਰਪ੍ਰਾਈਜ਼ਡ ਹੋਇਆ ਸੀ। ਐਮਐਲਏ ਸਾਹਿਬ ਉਦੋਂ ਹੀ ਰਾਸ਼ੀ ਮੈਡਮ ਦੇ ਨਾਲ ਉਹਨਾਂ ਨੂੰ ਜੁਆਇਨ ਕਰਾਉਣ ਵਾਸਤੇ ਚੰਡੀਗੜ੍ਹ। ਫਿਰ ਇੱਕ ਸਾਡਾ ਹੋਰ ਭਰਾ ਸੀਗਾ ਕੌਂਸਲਰ, ਉੱਥੇ ਵੀ ਇਹਨਾਂ ਨੇ ਬੜੇ ਡੋਰੇ ਪਾਏ, ਉਹਨੂੰ ਸਾਗ ਨਾਲ ਰੋਟੀਆਂ ਮੱਖਣ ਪਾ ਕੇ ਵੀ ਸਾਡੇ ਸਾਹਮਣੇ ਖਵਾਈਆਂ। ਤੁਸੀਂ ਦੱਸੋ, ਤੇ ਤੁਸੀਂ ਕਹਿੰਦੇ ਹਜੇ ਕਾਂਗਰਸ ਦਾ ਡੀਐਨਏ ਨਹੀਂ ਹੈਗਾ। ਉਦੋਂ ਰਾਸ਼ੀ ਮੈਡਮ ਕਾਂਗਰਸ 'ਚ ਸੀ। ਜਦੋਂ ਮੈਡਮ ਇਹ ਸਾਡੇ ਐਮਐਲਏ ਸਾਹਿਬ ਗੁਜਰਾਤ ਗਏ ਸੀਗੇ, ਉਸ ਤੋਂ ਬਾਅਦ ਉਹ ਮੈਡਮ ਬੀਜੇਪੀ 'ਚ ਚਲੀ ਗਈ ਤੇ ਇਹ ਭਾਈ ਸਾਹਿਬ ਨੇ ਫਿਰ ਦੂਜੇ ਕਾਉਂਸਲਰ 'ਤੇ ਕਰ ਲਿਆ। ਇੱਦਾਂ ਹੀ ਹੁਣ ਤੁਸੀਂ ਕਿਹੜੇ ਮਰਜ਼ੀ ਵਾਰਡ 'ਚ ਲੈ ਲਓ, 82 ਨੰਬਰ ਵਾਰਡ ਹੈ, ਉੱਥੇ ਪਹਿਲਾਂ ਥੋੜ੍ਹੇ ਦਿਨ ਪਹਿਲਾਂ ਇਹਨਾਂ ਨੇ ਸੰਜੀਵ ਢਾਂਡਾ ਜੀ ਨੂੰ ਫੋਨ ਕੀਤੇ ਪਬਲਿਕ ਨੂੰ ਕਿ ਇਹ ਸਾਡਾ ਆਉਣ ਵਾਲਾ ਕੈਂਡੀਡੇਟ ਹੋਊਗਾ। ਹੁਣ ਉੱਥੇ ਮਾਨਯੋਗ ਸਾਡੇ ਦੂਜੇ ਭਾਈ ਸਾਹਿਬ ਆ ਗਏ ਨੇ। ਇਹ ਬੜੇ ਸਾਡੇ ਵਾਰਡ ਨੰਬਰ 81 'ਚ ਵੀ ਇਹਨਾਂ ਨੇ 5 ਕੈਂਡੀਡੇਟ ਬਦਲ ਚੁੱਕੇ ਨੇ 1.5 ਸਾਲ ਦੇ ਵਿੱਚ। ਯਾਨੀ ਕਿ ਓਰੀਜਨਲ ਤਾਂ ਤੁਸੀਂ ਮੈਨੂੰ ਕਹਿ ਸਕਦੇ ਹੋ, ਕਿਉਂਕਿ ਮੈਂ ਕੰਮ ਕੀਤਾ, ਬੂਥ ਲਾਏ, ਬੂਥ ਕੈਪਚਰਿੰਗ ਬਚਾਈ, ਹਰੇਕ ਚੀਜ਼ ਦਾ ਮੇਰੇ ਕੋਲ ਔਨ ਰਿਕਾਰਡ ਸਬੂਤ ਹੈ। ਪਰ ਹੁਣ ਕਿਤੇ ਨਾ ਕਿਤੇ ਐਮਐਲਏ ਸਾਹਿਬ ਹਰ ਦੂਜੇ ਚੌਥੇ ਦਿਨ ਬੰਦਾ ਹੀ ਬਦਲ ਦਿੰਦੇ। ਤੁਸੀਂ ਐਮਐਲਏ ਨੂੰ ਕਹਿ ਰਹੇ ਹੋ ਕਿ ਐਮਐਲਏ ਦੇ ਵਿੱਚ ਡੀਐਨਏ ਕਾਂਗਰਸ ਦਾ, ਤੁਸੀਂ ਵੀ ਕਾਂਗਰਸ ਤੋਂ ਆਏ ਹੋ, ਇੱਦਾਂ ਦਾ ਫਿਰ ਤੁਹਾਨੂੰ ਵੀ ਕਹੋਗੇ ਕਿ ਤੁਹਾਡੇ 'ਚ ਵੀ ਡੀਐਨਏ ਹਜੇ ਕਾਂਗਰਸ ਦਾ ਵਾ? ਭਾਜੀ ਮੇਰੇ 'ਚ ਕਾਂਗਰਸ ਦਾ ਡੀਐਨਏ ਸੀਗਾ, ਮੈਂ ਉਹ ਮਾਰਤਾ, ਮੈਂ ਉਹ ਖਤਮ ਕਰਤਾ। ਪਰ ਮੈਂ ਹੁਣ ਕਿਤੇ ਵੀ ਕਾਂਗਰਸ ਦੀ ਗੱਲ ਨਹੀਂ ਕਰਦਾ। ਠੀਕ ਆ, ਮੇਰਾ ਸਹਿਚਾਰ ਹੋਏਗਾ, ਭਾਈਚਾਰਾ ਹੋਏਗਾ, ਉਹ ਤਾਂ ਭਾਈਚਾਰਾ ਹੋਣਾ ਹੀ ਹੈ ਨਾ। ਜੇ ਉਹ ਕਾਂਗਰਸੀ ਆ, ਕੋਈ ਪਾਕਿਸਤਾਨੀ ਤਾਂ ਨਹੀਂ ਹੋ ਗਏ, ਬੰਗਲਾਦੇਸ਼ੀ ਤਾਂ ਨਹੀਂ ਹੋ ਗਏ ਨਾ, ਚੀਨੀ ਤਾਂ ਨਹੀਂ ਹੋ ਗਏ। ਹਾਂ, ਪਿਆਰ ਹੈਗਾ, ਸਹਿਚਾਰ ਹੈਗਾ, ਪਰ ਇਹ ਨਹੀਂ ਹੈ ਕਿ ਮੈਂ ਕਾਂਗਰਸ ਦੀ ਆਈਡੀਓਲੋਜੀ ਨੂੰ ਜਾਂ ਉਹਨਾਂ ਨੂੰ ਉਹ ਚੀਜ਼ਾਂ ਨੂੰ ਮੈਂ ਕਰਾਂ। ਇਹ ਤਾਂ ਓਪਨਲੀ ਆਪਸ 'ਚ ਇਹਨਾਂ ਦਾ ਚੱਲ ਰਿਹਾ। ਤੁਸੀਂ ਜਦੋਂ ਮਰਜ਼ੀ ਦੇਖ ਲਓ ਕਿ ਆਪਸ 'ਚ ਸ਼ਾਮ ਨੂੰ ਖਾਂਦੇ ਪੀਂਦੇ ਵੀ ਇਕੱਠੇ, ਇਹਨਾਂ ਦੀ ਆਪਸ 'ਚ ਗੁਫ਼ਤਗੂਆਂ, ਪਾਰਟੀਆਂ ਸ਼ਾਰਟੀਆਂ ਵੀ ਹੁੰਦੀਆਂ। ਸੋ ਇਹ ਤਾਂ ਜੱਗ ਜ਼ਾਹਿਰ ਗੱਲਾਂ ਹੈ ਜੀ। ਸੋ ਇਹ ਡੀਐਨਏ ਮੇਰੇ 'ਚ, ਮੈਂ ਤਾਂ ਮਾਰ ਕੇ ਆਮ ਆਦਮੀ ਪਾਰਟੀ 'ਚ ਆਇਆ ਤੇ ਹੁਣ ਆਮ ਆਦਮੀ ਪਾਰਟੀ 'ਚ ਹੀ ਰਹਿਣਾ। ਹੁਣ ਕੀ ਲੱਗਦਾ ਕਿ ਪਾਰਟੀ ਤੁਹਾਡੀ ਜਿਹੜੀ ਤੁਸੀਂ ਸ਼ਿਕਾਇਤ ਕੀਤੀ ਹੈ ਜਾਂ ਪਾਰਟੀ ਨੂੰ ਜਿਹੜਾ ਫੀਡਬੈਕ ਦਿੱਤਾ, ਉਹਦੇ 'ਤੇ ਕੀ ਅਸਰ ਪਏਗਾ? ਬਿਲਕੁਲ ਅਸਰ ਪਏਗਾ ਜੀ।
ਪਾਰਟੀ ਮੈਨੂੰ ਸੁਣਦੀ ਹੈ, ਪਾਰਟੀ ਨੇ ਮੇਰੀ ਗੱਲ ਤੇ ਪੂਰਾ ਉਹਦੇ ਤੇ ਧਿਆਨ ਦਿੱਤਾ ਹੈ। ਮੈਂ ਆਪਣੀ ਆਬਜੈਕਸ਼ਨ ਮਾਨਯੋਗ ਸਾਡੇ ਬਲਕਾਰ ਸਿੰਘ ਮੰਤਰੀ ਜੀ ਨੂੰ ਦਿੱਤੀ ਹੈ। ਉਹਨਾਂ ਨੇ ਅੱਗੋਂ ਉਮਾ ਸ਼ੰਕਰ ਗੁਪਤਾ ਜੀ ਸਾਡੇ ਆਈਐਸ ਅਫਸਰ ਨੇ, ਉਹਨਾਂ ਨੂੰ ਫਾਰਵਰਡ ਕੀਤੀ ਹੈ। ਦੇਖੋ ਮੇਰਾ ਕਨਸਟੀਟਿਊਸ਼ਨਲ ਅਧਿਕਾਰ ਸੀ, ਮੈਂ ਆਪਣੀ ਜਿਹੜੀ ਕੰਪਲੇਂਟ ਸੀ ਉਹ ਦਰਜ ਕਰਾਉਣੀ ਸੀ, ਕਰਾਤੀ। ਚਲੋ ਠੀਕ ਹੈ, ਕੱਲ੍ਹ ਨੂੰ ਮੈਨੂੰ ਕੋਈ ਮੇਰਾ ਲੀਡਰ ਇਹ ਤਾਂ ਨਾ ਕਹਿੰਦਾ ਕਿ ਤੂੰ ਕੋਈ ਕਾਰਵਾਈ ਨਹੀਂ ਕੀਤੀ ਜਾਂ ਤੂੰ ਆਬਜੈਕਸ਼ਨ ਲਾਉਂਦਾ ਤਾਂ ਸਹੀ। ਇਹ ਗੱਲ ਤਾਂ ਮੈਨੂੰ ਮਾਨਯੋਗ ਐਮਐਲਏ ਸਾਹਿਬ ਨੇ ਵੀ ਕਹੀ, ਜਦੋਂ ਮੈਂ ਫੋਨ ਤੇ ਉਹਨਾਂ ਨਾਲ ਗੱਲ ਕੀਤੀ, ਮੈਨੂੰ ਕਹਿੰਦੇ ਜੇ ਤੈਨੂੰ ਨਹੀਂ ਪਸੰਦ ਤੂੰ ਆਬਜੈਕਸ਼ਨ ਲਾ ਦੇ। ਸੋ ਜਦੋਂ ਮਾਨਯੋਗ ਐਮਐਲਏ ਸਾਹਿਬ ਨੇ ਕਹਿਤਾ ਫਿਰ ਮੈਂ ਆਬਜੈਕਸ਼ਨ ਲਾਤੀ। ਤਾਂ ਉਹ ਕਹਿੰਦੇ ਕਿ ਜਿਹੜੇ ਜਿੱਤਣ ਵਾਲੇ ਕੈਂਡੀਡੇਟ ਆ ਉਹਨਾਂ ਨੂੰ ਟਿਕਟਾਂ ਮਿਲਣਗੀਆਂ। ਜੇ ਪਾਰਟੀ ਤੋਂ ਦੂਜੇ ਤੋਂ ਲੈ ਕੇ ਆਉਂਦੇ, ਜੇ ਕੋਈ ਉਮੀਦਵਾਰ ਜਿੱਤਣ ਦੀ ਕਪੈਸਿਟੀ ਰੱਖਦਾ ਵਾ ਤੇ ਜੇ ਉਹਨੂੰ ਟਿਕਟ ਦਿਵਾਉਂਦੇ ਐਮਐਲਏ, ਤੇ ਤੁਹਾਨੂੰ ਕੀ ਇਤਰਾਜ਼ ਆ? ਭਾਜੀ ਬਿਲਕੁਲ ਨਹੀਂ। ਜਿੱਥੇ ਸਾਡਾ ਕੈਂਡੀਡੇਟ ਨਹੀਂ ਹੋਏਗਾ ਜਾਂ ਜਿੱਥੇ ਸਾਡੀ ਸੀਟ ਵੀਕ ਹੋਏਗੀ, ਉੱਥੇ ਉਸ ਬੰਦੇ ਨੂੰ ਅਸੀਂ ਟਿਕਟ ਪਾਰਟੀ ਦੇਣ ਵਾਸਤੇ ਸੋਚ ਸਕਦੀ ਹੈ। ਗੱਲ ਨੂੰ ਸਮਝੋ, ਇਹ ਪ੍ਰੈਕਟੀਕਲ ਗੱਲ ਦੱਸ ਰਹੇ। ਪਰ ਰਾਜੀਵ ਗੁਗਲਾਨੀ 25 ਸਾਲ ਦਾ, ਜੇ ਰਾਜੀਵ ਗੁਗਲਾਨੀ ਤੁਹਾਨੂੰ ਜਿਤਾਉਣ ਵਾਸਤੇ ਬੂਥ ਲਾ ਸਕਦਾ ਹੈ, ਮੈਡਮ ਰਾਸ਼ੀ ਨੂੰ ਟੱਕਰ ਦੇ ਸਕਦਾ ਹੈ, ਜਾਂ ਸਾਰੀ ਉਹ ਫੀਲਡਿੰਗ ਲਗਾ ਸਕਦਾ ਹੈ, ਤਾਂ ਕੀ ਮੈਂ ਆਪਣੇ ਲਈ ਆਪਣਾ ਇਲੈਕਸ਼ਨ ਨਹੀਂ ਕੰਟੈਸਟ ਕਰ ਸਕਦਾ? ਵਾਰਡ ਦਾ ਇਲੈਕਸ਼ਨ ਕਿੱਡਾ ਕੁ ਹੁੰਦਾ ਹੈ? ਕੌਂਸਟੀਚੁਐਂਸੀ ਨਾਲ ਤਾਂ ਬਹੁਤ ਛੋਟਾ ਹੀ ਹੁੰਦਾ ਨਾ। ਤੇ ਹੁਣ ਐਮਐਲਏ ਸਾਹਿਬ ਮੇਰੀ ਕੈਪੇਬਿਲਿਟੀ ਤੇ ਕਿਉਂ ਕਰ ਰਹੇ ਨੇ? ਕਿਤੇ ਮੈਨੂੰ ਦਿਖਾਣ ਵੀ ਤੇਰੇ ਤੇ ਮੈਨੂੰ ਡਾਊਟ ਹੈ। ਜੇ ਮੈਂ ਸੰਸਾਰਪੁਰ ਦੂਜੇ ਸ਼ਹਿਰ 'ਚ ਉੱਥੇ ਜਾ ਕੇ ਉਹਨਾਂ ਨੂੰ ਜਿਤਾ ਸਕਦਾ ਹੈ, ਤੇ ਹੁਣ ਐਮਐਲਏ ਸਾਹਿਬ, ਗੱਲ ਇਹ ਨਹੀਂ ਹੈ ਸਰ, ਇਹਦੇ ਵਿੱਚ ਗੱਲਾਂ ਬਹੁਤ ਹੈ। ਇਹ ਮੈਂ ਅਗਲੀਆਂ ਅੱਗੇ ਜਾ ਕੇ ਇਨ ਫਿਊਚਰ ਤੁਹਾਡੇ ਨਾਲ ਡਿਸਕਲੋਜ਼ ਕਰਾਂਗਾ। ਇਹ ਹਜੇ ਇਹਦੇ 'ਚ ਪਟਾਰਾ ਜਿਹੜਾ ਹੈ ਨਾ, ਉਹ ਥੋੜ੍ਹਾ ਜਿਹਾ ਹਜੇ ਬਾਕੀ ਹੈ। ਸੋ ਤੁਸੀਂ ਕਹਿੰਦੇ ਹੋ ਕਿ ਜਿਹੜੇ ਉਮੀਦਵਾਰਾਂ ਨੂੰ ਲੈ ਕੇ ਆਏ ਗਏ ਨੇ ਪਾਰਟੀ ਦੇ ਵਿੱਚ, ਜਿਨ੍ਹਾਂ ਨੂੰ ਟਿਕਟ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਉਹਦੇ ਪਿੱਛੇ ਕਾਰਨ ਕੋਈ ਹੋਰ ਵੀ ਨੇ? ਦੇਖੋ ਬਹੁਤ ਕਾਰਨ ਨੇ, ਸਮਝਦਾਰ ਕੋਈ ਇਸ਼ਾਰਾ ਕਾਫੀ ਹੈ। ਬੱਚੇ ਨੂੰ ਪਤਾ ਹੈ ਵੀ ਆਪਾਂ ਉਹ ਬੰਦੇ ਕਿਉਂ ਉਤਾਰ ਰਹੇ ਹੈ, ਤੇ ਜਿਹੜੇ ਬੰਦਿਆਂ ਨੇ ਮਿਹਨਤਾਂ ਕੀਤੀਆਂ, ਮੇਰੇ ਤੋਂ ਵੀ ਪੁਰਾਣੇ ਵਲੰਟੀਅਰ ਨੇ। ਮੈਂ ਤਾਂ ਪਾਰਟੀ ਨੂੰ ਹਰ ਵਾਰੀ ਇੱਕੋ ਗੱਲ ਕਹਿਣਾ ਕਿ ਮੇਰੇ ਵਾਰਡ ਨੰਬਰ 81 ਜਿਹੜਾ ਕਿ ਹੁਣ 65 ਹੋ ਗਿਆ, ਮੇਰੇ ਤੋਂ ਪੁਰਾਣੇ ਵਲੰਟੀਅਰ ਨੂੰ ਟਿਕਟ ਦੇ ਦਿਓ। ਰਾਜੀਵ ਗੁਗਲਾਨੀ ਢੋਲ ਵਜਾ ਕੇ ਉਹਦੀ ਪੂਰੀ ਕੰਪੇਨ ਕਰੇਗਾ, ਕਦੇ ਨਹੀਂ ਪਿੱਛੇ ਹਟੇਗਾ। ਮੈਂ ਨਹੀਂ ਕਹਿੰਦਾ, ਹਾਂ ਜੇ ਮੇਰੇ ਤੋਂ ਨਵੇਂ ਬੰਦੇ ਨੂੰ, ਦੇਖੋ ਪੈਰਾਸ਼ੂਟ ਦੇ ਨਾਲ ਜਿਹੜਾ ਬੰਦਾ ਹੁੰਦਾ ਨਾ, ਉਹ ਉੱਤਰ ਜ਼ਰੂਰ ਸਕਦਾ। ਉਹ ਪੈਰਾਸ਼ੂਟ ਦੁਬਾਰਾ ਉੱਪਰ ਚੜ੍ਹ ਨਹੀਂ ਸਕਦਾ, ਉਹ ਉੱਤਰਦਾ ਜ਼ਰੂਰ ਆ। ਤਾਂ ਉਹ ਪੈਰਾਸ਼ੂਟ ਨਾਲ ਜਿਹੜੇ ਵੀ ਉਮੀਦਵਾਰ ਵਿਚਾਰੇ ਉੱਤਰ ਤਾਂ ਆਏ ਨੇ, ਉਹਨੂੰ ਵਾਪਸੀ ਕਿੱਦਾਂ ਕਰਨਗੇ? ਉਹ ਨਾ ਘਰਦੇ ਰਹੇ ਨੇ ਨਾ ਘਾਟਦੇ ਰਹੇ ਨੇ। ਉਹ ਪੈਰਾਸ਼ੂਟ ਸਿਰਫ ਲੈਂਡਿੰਗ ਕਰਾਉਂਦਾ, ਟੇਕ ਆਫ ਨਹੀਂ ਕਰਾਉਂਦਾ। ਜੀ ਬਿਲਕੁਲ, ਇਹ ਸੀਗੇ ਰਾਜੀਵ ਗੁਗਲਾਨੀ, ਜਿਹੜੇ ਐਮਐਲਏ ਗੁਰਪ੍ਰੀਤ ਗੋਗੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੱਡੇ ਖੁਲਾਸੇ ਕਰਦੇ ਹੋਏ ਨਜ਼ਰ ਆਉਂਦੇ ਨੇ। ਕਹਿੰਦੇ ਨੇ ਕਿ ਐਮਐਲਏ ਗੁਰਪ੍ਰੀਤ ਗੋਗੀ ਪੈਰਾਸ਼ੂਟ ਉਮੀਦਵਾਰ ਲਿਆ ਕੇ ਕਾਰਪੋਰੇਸ਼ਨ ਇਲੈਕਸ਼ਨਾਂ ਲੜਾਉਣਾ ਚਾਹੁੰਦੇ ਨੇ, ਪਰ ਪਾਰਟੀ ਦੀ ਆਈਡੀਓਲੋਜੀ ਨੂੰ ਛਿੱਕੇ ਟੰਗ ਕੇ ਇਸ ਤਰ੍ਹਾਂ ਹੋਣ ਨਹੀਂ ਦਿੱਤਾ ਜਾਵੇਗਾ। ਤੇ ਹਜੇ ਵੀ ਐਮਐਲਏ ਗੁਰਪ੍ਰੀਤ ਗੋਗੀ ਦੇ ਵਿੱਚ ਡੀਐਨਏ ਜਿਹੜਾ ਵਾ ਕਾਂਗਰਸ ਦਾ ਮੌਜੂਦ ਹੈ, ਜਿਸ ਕਰਕੇ ਉਹ ਇਸ ਤਰ੍ਹਾਂ ਦੇ ਕਦਮ ਚੁੱਕਣ ਤੋਂ ਪਿੱਛੇ ਗੁਰੇਜ਼ ਨਹੀਂ ਕਰਦੇ। ਤਾਂ ਹੁਣ ਇਹ ਪਾਰਟੀ ਨੇ ਦੇਖਣਾ ਹੈ ਕਿ ਕਿਸ ਤਰ੍ਹਾਂ ਐਮਐਲਏ ਗੁਰਪ੍ਰੀਤ ਗੋਗੀ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਣਾ ਵਾ, ਤੇ ਨਗਰ ਨਿਗਮ ਚੋਣਾਂ ਦੇ ਵਿੱਚ ਵਲੰਟੀਅਰ ਬਨਾਮ ਪੈਰਾਸ਼ੂਟ ਕੈਂਡੀਡੇਟਾਂ ਦੇ ਵਿੱਚੋਂ ਕਿਸ ਨੂੰ ਟਿਕਟ ਦੇਣੀ ਹੈ। ਕੈਮਰਾਮੈਨ ਗੁਰਸੰਤ ਦੇ ਨਾਲ ਵਿਵੇਕ ਟਾਲ, ਚਰਚਾ ਟੀਵੀ ਲੁਧਿਆਣਾ।